ਚਾਣਕਿਆ ਐਜੂਕੇਸ਼ਨ ਅਕੈਡਮੀ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਅਕਬਰ ਨਾਲ ਸੰਬੰਧਿਤ 200 ਦੇ ਲਗਭਗ ਜਿਹੜੇ ਪ੍ਰਸ਼ਨ ਡਿਸਕਸ ਕਰਨ ਜਾ ਰਹੇ ਹਾਂ, ਜੋ ਕਿ ਪੇਪਰ ਦੇ ਪੱਖੋਂ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹਨ। ਮੁਗਲ ਵੰਸ਼ ਦੇ ਵਿੱਚ ਅਕਬਰ ਦਾ ਜਿਹੜਾ ਨਾਮ ਬੜੀ ਮਹੱਤਵਪੂਰਨ ਸਥਾਨ ਰੱਖਦਾ ਹੈ। ਸੋ ਵੀਡੀਓ ਨੂੰ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਵੇਖਦੇ ਹਾਂ ਜਨਮ। ਅੰਬਰਕੋਟ ਦੇ ਰਾਣਾ ਵੀਰਸਲ ਦੇ ਮਹਿਲ ਵਿੱਚ 15 ਅਕਤੂਬਰ 1542 ਨੂੰ ਜਿਹੜਾ ਅਕਬਰ ਦਾ ਜਨਮ ਹੋਇਆ ਸੀਗਾ। ਤਾਂ ਅਕਬਰ ਦਾ ਜਿਹੜਾ ਜਨਮ ਹੋਇਆ ਸੀਗਾ ਅੰਬਰਕੋਟ ਦੇ ਰਾਣਾ ਵੀਰਸਲ ਦੇ ਮਹਿਲ ਵਿੱਚ 15 ਅਕਤੂਬਰ 1542 ਨੂੰ ਹੋਇਆਗਾ। ਪਿਤਾ ਦਾ ਨਾਂ ਹਿਮਾਂਜੂ। ਪਿਤਾ ਦਾ ਨਾਂ ਕੀ ਸੀਗਾ? ਹਿਮਾਂਜੂ। ਹਿਮਾਂਜੂ ਜਿਸ ਨੂੰ ਅਸੀਂ ਜਾਣਦੇ ਹਾਂ, ਜਿਸ ਨੇ ਬਾਬਰ ਤੋਂ ਬਾਅਦ ਰਾਜ ਕੀਤਾ ਸੀਗਾ। ਐਂਡ ਉਸ ਤੋਂ ਬਾਅਦ ਮਾਤਾ ਦਾ ਨਾਂ ਦੇਖਦੇ ਹਾਂ ਹਮੀਦਾ ਬਾਨੋ ਬੇਗਮ। ਕੁਐਸਚਨ ਨੰਬਰ 3 ਦੇ ਵਿੱਚ ਕੀ ਆ? ਉਸ ਦੀ ਮਾਤਾ ਦਾ ਨਾਂ ਸੀਗਾ ਹਮੀਦਾ ਬਾਨੋ ਬੇਗਮ, ਜਿਸ ਨਾਲ ਹਿਮਾਂਜੂ ਨੇ ਵਿਆਹ ਕਰਾਇਆ ਸੀ। ਰਾਜਗੱਦੀ। ਅਕਬਰ ਜਿਹੜਾ ਰਾਜਗੱਦੀ 'ਤੇ ਕਦੋਂ ਬੈਠਿਆ? 14 ਫਰਵਰੀ 1556 ਦੇ ਵਿੱਚ ਜਿਹੜੀ ਇਸ ਨੂੰ ਰਾਜਗੱਦੀ ਪ੍ਰਾਪਤ ਹੋਈ ਹੈ। 14 ਫਰਵਰੀ 1556 ਨੂੰ ਗੁਰਦਾਸਪੁਰ ਦੇ ਕਲਾਨੌਰ ਵਿੱਚ। ਜਦੋਂ ਹੀ ਬੈਰਮ ਖਾਂ ਨੂੰ ਹਿਮਾਂਜੂ ਦੀ ਮੌਤ ਦਾ ਪਤਾ ਚੱਲਿਆ ਤਾਂ ਉਸਨੇ ਗੁਰਦਾਸਪੁਰ ਦੇ ਕਲਾਨੌਰ ਵਿੱਚ ਅਕਬਰ ਨੂੰ ਰਾਜਗੱਦੀ 'ਤੇ ਬਿਠਾ ਦਿੱਤਾ। ਕੁਐਸਚਨ ਨੰਬਰ 5 ਦੇ ਵਿੱਚ ਦੇਖਦੇ ਹਾਂ ਛੋਟੀ ਉਮਰ ਵਿੱਚ ਸੂਬੇਦਾਰ ਬਣਿਆ। ਛੋਟੀ ਉਮਰ ਵਿੱਚ ਜਿਹੜਾ ਅਕਬਰ ਸੀ ਕਿੱਥੋਂ ਸੂਬੇਦਾਰ ਬਣਿਆ ਸੀ? ਗਜਨੀ ਅਤੇ ਲਾਹੌਰ ਦਾ। ਤਾਂ ਕਿੱਥੋਂ ਦਾ ਬਣਿਆ ਸੀ? ਗਜਨੀ ਅਤੇ ਲਾਹੌਰ ਦਾ। ਹਿਮਾਂਜੂ ਦੀ ਮੌਤ ਤੋਂ ਬਾਅਦ ਜਿਹੜਾ ਅਕਬਰ ਦਾ ਸਰਪ੍ਰਸਤ ਕੌਣ ਬਣਿਆ ਸੀ? ਬਹੁਤ ਵਾਰੀ ਕੁਐਸਚਨ ਦੇ ਵਿੱਚ ਪੁੱਛਿਆ ਜਾਂਦਾ ਵੀ ਜਦੋਂ ਅਕਬਰ ਦੀ ਮੌਤ ਹੋਈ ਤਾਂ ਉਸ ਤੋਂ ਬਾਅਦ ਜਦੋਂ ਹਿਮਾਂਜੂ ਦੀ ਮੌਤ ਹੋਈ ਉਸ ਤੋਂ ਬਾਅਦ ਜਿਹੜਾ ਅਕਬਰ ਦਾ ਸਰਪ੍ਰਸਤ ਕੌਣ ਬਣਿਆ ਸੀ? ਤਾਂ ਕੌਣ ਬਣਿਆ ਸੀਗਾ? ਬੈਰਮ ਖਾਂ, ਜੋ ਕਿ 1556 ਤੋਂ ਲੈ ਕੇ 1560 ਤੱਕ ਜਿਹੜਾ ਅਕਬਰ ਦਾ ਸਰਪ੍ਰਸਤ ਰਿਹਾਗਾ। ਠੀਕ ਹੈ ਨਾ। ਖਾਨ ਏ ਖਾਨਾ ਦੀ ਉਪਾਧੀ, ਜਿਹੜੀ ਖਾਨ ਏ ਖਾਨਾ ਦੀ ਉਪਾਧੀ ਆ, ਕਈ ਵਾਰੀ ਪੁੱਛਿਆ ਜਾਂਦਾ ਵੀ ਅਕਬਰ ਨੇ ਕਿਸ ਨੂੰ ਦਿੱਤੀ ਸੀ? ਸਭ ਤੋਂ ਪਹਿਲਾਂ ਤਾਂ ਯਾਦ ਰੱਖਣ ਲਈ ਜਿਹੜੀ ਖਾਨ ਏ ਖਾਨਾ ਦੀ ਉਪਾਧੀ ਅਕਬਰ ਦੁਆਰਾ ਬੈਰਮ ਖਾਂ ਨੂੰ ਦਿੱਤੀ ਗਈ। ਉਸ ਤੋਂ ਬਾਅਦ ਕੀ ਹੋਇਆ? ਉਸਦਾ ਪੁੱਤਰ ਸੀ ਇੱਕ ਅਬਦੁਰ ਰਹੀਮ। ਇਸ ਨੂੰ ਵੀ ਜਿਹੜਾ ਅਕਬਰ ਨੇ 1584 ਦੇ ਲਗਭਗ ਜਿਹੜੀ ਖਾਨ ਏ ਖਾਨਾ ਦੀ ਉਪਾਧੀ ਹੈ ਜਿਹੜੀ ਉਹ ਨਾਲ ਸਨਮਾਨਿਤ ਕੀਤਾ ਸੀਗਾ। ਅਗਲਾ ਕੁਐਸਚਨ 8 ਨੰਬਰ ਦੇਖਦੇ ਹਾਂ। ਪਾਣੀਪਤ ਦਾ ਜਿਹੜਾ ਦੂਜਾ ਯੁੱਧ ਆ, ਪਾਣੀਪਤ ਦੇ 3 ਯੁੱਧ ਹੋਏ ਨੇ। ਪਹਿਲਾ ਯੁੱਧ 21 ਅਪ੍ਰੈਲ 1526 ਬਾਬਰ ਅਤੇ ਇਬਰਾਹਿਮ ਦੇ ਵਿੱਚ ਹੋਇਆ, ਅਤੇ ਦੂਜਾ ਯੁੱਧ ਜਿਹੜਾ 5 ਨਵੰਬਰ 1557 ਅਕਬਰ ਅਤੇ ਹੇਮੂ ਦੇ ਵਿੱਚ ਲੜਿਆ ਗਿਆ ਸੀਗਾ। ਅਕਬਰ ਅਤੇ ਹੇਮੂ ਦੇ ਵਿਚਕਾਰ ਜਿਹੜਾ ਲੜਿਆ ਗਿਆ ਸੀ 5 ਨਵੰਬਰ 1557 ਦੇ ਵਿੱਚ ਜਿਹੜਾ ਪਾਣੀਪਤ ਦੀ ਦੂਜੀ ਲੜਾਈ ਹੋਈ ਹੈ। ਤਾਂ ਇਸ ਦੀ ਡੇਟ ਵੀ ਪੁੱਛੀ ਜਾਂਦੀ ਹੈ ਪੇਪਰ ਦੇ ਵਿੱਚ, ਜਾਂ ਫਿਰ ਇਹ ਕਿਸ ਦੇ ਦਰਮਿਆਨ ਹੋਇਆ? ਅਕਬਰ ਅਤੇ ਹੇਮੂ ਦੇ ਵਿਚਕਾਰ। ਕੁਐਸਚਨ ਨੰਬਰ 9 ਦੇਖਦੇ ਹਾਂ। ਅਕਬਰ ਦੇ ਕੁਝ ਸਾਥੀਆਂ ਨੇ ਅਤੇ ਉਸਦੀ ਇੱਕ ਮਤਰੇਈ ਮਾਂ ਸੀ, ਕੀ ਨਾਂ ਸੀਗਾ? ਮਹਮਅੰਗਾ। ਉਸਦੀ ਇੱਕ ਮਤਰੇਈ ਮਾਂ ਸੀ ਮਹਮਅੰਗਾ ਨੇ ਅਕਬਰ ਨੂੰ ਬੈਰਮ ਖਾਂ ਦੇ ਵਿਰੁੱਧ ਭੜਕਾਇਆ। ਬੈਰਮ ਖਾਂ ਜੋ ਕਿ ਅਕਬਰ ਦਾ ਸਰਪ੍ਰਸਤ ਸੀ, ਉਸ ਦੇ ਵਿਰੁੱਧ ਭੜਕਾਇਆ ਗਿਆ ਵੀ ਇਸ ਜਿਹੜਾ ਰਾਜ ਭਾਗ ਨੂੰ ਤਬਾਹ ਕਰ ਰਿਹਾ, ਇਸ ਪ੍ਰਕਾਰ ਉਸਨੂੰ ਭੜਕਾ ਦਿੱਤਾ ਗਿਆ। ਜਿਸ ਕਰਕੇ ਅਕਬਰ ਨੇ ਕੀ ਕੀਤਾ? ਅਕਬਰ ਨੇ ਬੈਰਮ ਖਾਂ ਨੂੰ ਮੱਕਾ ਦੀ ਯਾਤਰਾ ਲਈ ਰਵਾਨਾ ਕੀਤਾ। ਕਿੱਥੇ ਦੀ ਯਾਤਰਾ ਲਈ ਰਵਾਨਾ ਕਰਤਾ? ਮੱਕਾ ਦੀ ਯਾਤਰਾ ਲਈ। ਠੀਕ ਹੈ, ਕਹਿਣ ਦਾ ਭਾਵ ਕਿ ਤੂੰ ਮੱਕੇ ਦੀ ਯਾਤਰਾ ਕਰਿਆ, ਉੱਥੇ ਭੇਜ ਦਿੱਤਾ ਗਿਆ, ਮੱਕੇ ਦੀ ਯਾਤਰਾ ਲਈ ਰਵਾਨਾ ਕਰ ਦਿੱਤਾ। ਤਾਂ ਕੀ ਹੋਇਆ? ਮੁਬਾਰਕ ਖਾਂ ਲੋਹਾਨੀ ਦੁਆਰਾ ਕੀ ਕੀਤਾ? ਬੈਰਮ ਖਾਂ ਦੀ ਜਿਹੜੀ ਉਹ ਹੱਤਿਆ ਕਰ ਦਿੱਤੀ ਗਈ। ਇਹ ਹੱਤਿਆ ਜਿਹੜੀ ਕਿੱਥੇ ਕੀਤੀ ਸੀ? ਪਾਟਨ ਦੇ ਨੇੜੇ ਸੀ, ਪਾਟਨ ਦੇ ਨੇੜੇ। ਠੀਕ ਹੈ, ਇਸੇ ਨੋਟ ਕਰ ਸਕਦੇ ਹੋ, ਪਾਟਨ ਦੇ ਨੇੜੇ ਹੱਤਿਆ ਕਰ ਦਿੱਤੀ ਗਈ ਸੀ। ਕਿਸ ਨੇ ਕੀਤੀ ਸੀ? ਮੁਬਾਰਕ ਖਾਂ ਲੋਹਾਨੀ ਨੇ। ਕੁਐਸਚਨ ਨੰਬਰ 11 ਦੇਖਦੇ ਹਾਂ। ਬੈਰਮ ਖਾਂ ਦੀ ਵਿਧਵਾ, ਜਿਹੜੀ ਬੈਰਮ ਖਾਂ ਸੀ ਉਸਦੀ ਇੱਕ ਜਿਹੜੀ ਪਤਨੀ ਸੀ ਸਲੀਮਾ ਬੇਗਮ। ਠੀਕ ਹੈ, ਤਾਂ ਸਲੀਮਾ ਬੇਗਮ ਨਾਲ ਅਕਬਰ ਨੇ ਵਿਆਹ ਕਰਵਾ ਲਿਆ। ਕਿਸ ਨਾਲ? ਸਲੀਮਾ ਬੇਗਮ ਨਾਲ। ਸਲੀਮਾ ਬੇਗਮ ਕੌਣ ਸੀ? ਪੁੱਛਿਆ ਜਾ ਸਕਦਾ। ਬੈਰਮ ਖਾਂ ਦੀ ਪਤਨੀ ਸੀ, ਜਿਸ ਨਾਲ ਅਕਬਰ ਨੇ ਉਸਦੀ ਮੌਤ ਤੋਂ ਬਾਅਦ ਜਿਹੜਾ ਬੈਰਮ ਖਾਂ ਦੀ ਮੌਤ ਤੋਂ ਬਾਅਦ ਵਿਆਹ ਕਰਵਾ ਲਿਆ ਸੀਗਾ। ਕੁਐਸਚਨ ਨੰਬਰ 12 ਦੇਖਦੇ ਹਾਂ। ਅਕਬਰ ਨੇ ਬੈਰਮ ਖਾਂ ਅਤੇ ਸਲੀਮਾ ਬੇਗਮ ਦੇ ਪੁੱਤਰ ਅਬਦੁਰ ਰਹੀਮ ਖਾਨ ਏ ਖਾਨਾ ਨੂੰ
ਆਪਣੇ 9 ਰਤਨਾਂ ਵਿੱਚ ਸ਼ਾਮਲ ਕਰ ਲਿਆ ਸੀਗਾ। ਕੀ ਕੀਤਾ ਸੀਗਾ? ਅਕਬਰ ਨੇ ਜਿਹੜਾ ਅਬਦੁਰ ਰਹੀਮ ਖਾਨ ਏ ਖਾਨਾ ਨੂੰ ਆਪਣੇ 9 ਰਤਨ ਸੀ ਇੱਕ ਅਕਬਰ ਦੇ, ਉਹਨਾਂ ਦੇ ਵਿੱਚ ਸ਼ਾਮਲ ਕਰ ਲਿਆ ਸੀ। ਜਾਂ ਕਈ ਵਾਰ ਇਸ 'ਤੇ ਕੁਐਸਚਨ ਪੁੱਛਿਆ ਜਾ ਸਕਦਾ ਵੀ ਕਿਹੜਾ ਜਿਹੜਾ ਨਵਰਤਨ ਆ ਜਿਹੜਾ ਅਕਬਰ ਦੇ ਜਿਹੜਾ ਇੱਕੋ ਪਰਿਵਾਰ ਵਿੱਚ ਨਹੀਂ ਸੀ, ਤਾਂ ਉਹ ਹੈਗਾ ਸੀ ਅਬਦੁਰ ਰਹੀਮ ਖਾਨ ਏ ਖਾਨਾ, ਜਿਹੜਾ ਕਿ ਵੱਖਰਾ ਸੀਗਾ, ਅਬਦੁਰ ਰਹੀਮ ਖਾਨ ਏ ਖਾਨਾ। ਅਗਲਾ ਕੁਐਸਚਨ ਨੰਬਰ 13 ਨੰਬਰ ਦੇਖਦੇ ਹਾਂ। ਪੇਟੀਕੋਟਾ ਦੀ ਸਰਕਾਰ, ਜਿਸ ਨੂੰ ਪਰਦਾ ਸ਼ਾਸਨ ਵੀ ਕਿਹਾ ਜਾਂਦਾ ਗਾ, ਤਾਂ ਪਰਦਾ ਸ਼ਾਸਨ ਜਾਂ ਪੇਟੀਕੋਟਾ ਦੀ ਸਰਕਾਰ, ਇਸ ਦਾ ਸਮਾਂ ਕੀ ਸੀਗਾ? ਇਸ ਦਾ ਸਮਾਂ ਕੀ ਸੀਗਾ? 1560 ਤੋਂ ਲੈ ਕੇ 1562 ਦਾ ਸਮਾਂ ਸੀ, ਜਿਹੜਾ ਪੇਟੀਕੋਟਾ ਸਰਕਾਰ ਕਹਿੰਦੇ ਜਾਂ ਫਿਰ ਇਸ ਨੂੰ ਪਰਦਾ ਸ਼ਾਸਨ ਕਹਿੰਦੇ ਆ। ਕੀ ਸੀ ਇਹ? ਕੀ ਸੀ? ਦੇਖੋ ਇਸ ਵਿੱਚ ਕੀ ਸੀਗਾ, ਇਸ ਵਿੱਚ ਆਪਾਂ ਦੇਖਦੇ ਹਾਂ ਜਿਹੜਾ ਸ਼ਾਸਨ ਵਿਵਸਥਾ ਸੀ ਦੀ ਬਾਗਡੋਰ ਕਿਸ ਦੇ ਹੱਥਾਂ ਵਿੱਚ ਸੀ? ਬਾਗਡੋਰ ਮਤਰੇਈ ਮਹਾਮੰਗਾ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ। ਮਹਾਮੰਗਾ ਤੇ ਉਸ ਦਾ ਪੁੱਤਰ ਸੀ ਇੱਕ ਆਦਮ ਖਾਂ ਤੇ ਇੱਕ ਉਸ ਦੀ ਪੁੱਤਰੀ ਸੀ ਜੀਜਾ ਅੰਗਾ। ਇਹਨਾਂ ਤਿੰਨਾਂ ਦੇ ਹੱਥਾਂ ਵਿੱਚ ਚਲਾ ਗਿਆ। ਤਾਂ ਇਹ ਸਮਾਂ ਸੀ 1560 ਤੋਂ ਲੈ ਕੇ 1562 ਦਾ, ਜਿਸ ਵਿੱਚ ਜਿਹੜਾ ਸ਼ਾਸਨ ਵਿਵਸਥਾ ਸੀ ਇਹ ਤਿੰਨਾਂ ਦੇ ਹੱਥਾਂ ਵਿੱਚ ਸੀ। ਕਿਹਨਾਂ ਦੇ? ਮਹਾਮੰਗਾ, ਆਦਮ ਖਾਂ ਤੇ ਜੀਜੀ ਅੰਗ ਦੇ ਵਿੱਚ। ਤਾਂ ਇਸ ਸਮੇਂ ਨੂੰ ਕੀ ਕਿਹਾ ਜਾਂਦਾ? ਪੇਟੀਕੋਟ ਦਾ ਸਮਾਂ ਜਾਂ ਪੇਟੀਕੋਟ ਸਰਕਾਰ ਕਹਿ ਦਿੰਦੇ ਹਾਂ, ਪਰਦਾ ਸ਼ਾਸਨ ਕਹਿ ਦਿੰਦੇ ਹਾਂ। ਤਾਂ ਕਈ ਵਾਰੀ ਐਗਜ਼ਾਮੀਨਰ ਵਿੱਚ ਪੁੱਛਿਆ ਜਾਂਦਾ ਜਿਹੜਾ ਪੇਟੀਕੋਟ ਸਰਕਾਰ ਦਾ ਸਮਾਂ ਕੀ ਸੀ? 1560 ਤੋਂ ਲੈ ਕੇ 62 ਤੱਕ ਦਾ ਸਮਾਂ ਜਿਹੜਾ ਕਿਹੜਾ ਸਮਾਂ ਸੀਗਾ? ਪੇਟੀਕੋਟ ਸਰਕਾਰ ਦੀ ਸਮਾਂ ਸੀਗਾ। ਅਗਲਾ ਕੁਐਸਚਨ ਦੇਖਦੇ ਹਾਂ। ਅਕਬਰ ਨੇ ਕੁਝ ਜਿਹੜੇ ਸੁਧਾਰ ਕੀਤੇ ਨੇ, ਜਿਨ੍ਹਾਂ ਵਿੱਚ ਕੁਐਸਚਨ ਆਮ ਤੌਰ 'ਤੇ ਪੁੱਛਿਆ ਜਾਂਦਾ। ਜਿਸ ਤਰ੍ਹਾਂ ਪੁੱਛਿਆ ਜਾਂਦਾ, ਕੁਐਸਚਨ ਨੰਬਰ 14 ਦੇ ਵਿੱਚ ਦੇਖਦੇ ਹਾਂ। ਦਾਸ ਪ੍ਰਥਾ ਦਾ ਅੰਤ ਜਿਹੜਾ ਅਕਬਰ ਨੇ ਕਦੋਂ ਕੀਤਾ ਸੀ? 1560 ਦੇ ਵਿੱਚ ਕੀਤਾ ਸੀ। ਦਾਸ ਪ੍ਰਥਾ ਦਾ ਅੰਤ ਕਦੋਂ ਕੀਤਾ ਸੀ? 1560 ਦੇ ਵਿੱਚ ਕੀਤਾ ਸੀਗਾ। ਨੰਬਰ 2 ਤੇ ਦੇਖਦੇ ਹਾਂ। ਤੀਰਥ ਯਾਤਰਾ ਦਾ ਅੰਤ ਜਿਹੜਾ ਤੀਰਥ ਯਾਤਰਾ ਕਰ ਸੀ, ਤੀਰਥ ਯਾਤਰਾ ਦਾ ਅੰਤ ਨਹੀਂ, ਤੀਰਥ ਯਾਤਰਾ ਕਰ, ਇੱਥੇ ਥੋੜ੍ਹਾ ਮਿਸਟੇਕ ਹੋ ਗਈ। ਤੀਰਥ ਯਾਤਰਾ ਕਰ ਦਾ ਜਿਹੜਾ ਅੰਤ ਸੀ ਜਿਹੜਾ ਅਕਬਰ ਨੇ ਕਦੋਂ ਕੀਤਾ ਸੀ? 1563 ਦੇ ਵਿੱਚ ਕੀਤਾ ਸੀ। ਇਹ 1563 ਦੇ ਵਿੱਚ ਤੀਰਥਕਾਰ ਯਾਤਰਾ ਜਿਹੜਾ ਕਰ ਸੀਗਾ ਉਹ ਅਕਬਰ ਨੇ ਹਟਾ ਦਿੱਤਾ ਸੀਗਾ। ਉਸ ਤੋਂ ਬਾਅਦ ਦੇਖਦੇ ਹਾਂ ਸਤੀ ਪ੍ਰਥਾ ਤੇ ਜਿਹੜੀ ਰੋਕ, ਸਤੀ ਪ੍ਰਥਾ ਤੇ ਰੋਕ ਕਦੋਂ ਲਾਈ ਸੀ? 1562 ਦੇ ਵਿੱਚ ਸਤੀ ਪ੍ਰਥਾ ਤੇ ਰੋਕ ਲਾਤੀ ਸੀ 1562 ਦੇ ਵਿੱਚ। ਨੈਕਸਟ ਹੈਗਾ ਜਜੀਆ ਕਰ ਦੀ ਸਮਾਪਤੀ ਕਦੋਂ ਕੀਤੀ ਸੀ? 1564 ਦੇ ਵਿੱਚ। ਅਕਬਰ ਨੇ ਜਿਹੜਾ ਜਜੀਆ ਕਰ ਸੀ ਜਿਹੜਾ ਕਿ ਲਗਾਇਆ ਗਿਆ ਸੀ ਸਭ ਤੋਂ ਪਹਿਲਾਂ ਮੁਹੰਮਦ ਬਿਨ ਕਾਸਿਮ ਦੁਆਰਾ, ਤੇ ਬ੍ਰਾਹਮਣਾਂ ਤੇ ਲਗਾਤਾ ਸੀ ਫਿਰੋਜ਼ਸ਼ਾਹ ਤੁਗਲਕ ਦੁਆਰਾ। ਤੇ ਇਸ ਕੀ ਕੀਤਾ? 1564 ਦੇ ਵਿੱਚ ਜਜੀਆ ਕਰ ਨੂੰ ਜਿਹੜਾ ਅਕਬਰ ਨੇ ਸਮਾਪਤ ਕਰ ਦਿੱਤਾ ਸੀਗਾ। ਕੁਐਸਚਨ ਨੰਬਰ 18 ਦੇਖਦੇ ਹਾਂ। ਮਨਸਬਦਾਰੀ ਪ੍ਰਥਾ ਦਾ ਆਰੰਭ ਕੀਤਾ, ਜਿਹੜਾ ਅਕਬਰ ਨੇ ਮਨਸਬਦਾਰੀ ਪ੍ਰਥਾ ਆਰੰਭ ਕੀਤੀ ਸੀ। ਇਹ ਕੁਐਸਚਨ ਬਹੁਤ ਵਾਰੀ ਪੁੱਛਿਆ ਜਾਂਦਾ ਵੀ ਜਿਹੜੇ ਮਨਸਬਦਾਰੀ ਪ੍ਰਥਾ ਦੀ ਸ਼ੁਰੂਆਤ ਕਿਸ ਨੇ ਕੀਤੀ ਆ, ਜਾਂ ਮਨਸਬਦਾਰੀ ਪ੍ਰਥਾ ਕਿਸ ਸ਼ਾਸਕ ਨਾਲ ਸੰਬੰਧਿਤ ਹੈ? ਜਾਂ ਅਕਬਰ ਨਾਲ 1567 ਦੇ ਵਿੱਚ। ਮਨਸਬਦਾਰੀ ਪ੍ਰਥਾ ਜਿਹੜਾ ਆਰੰਭ ਕੀਤਾ ਕਦੋਂ ਕੀਤਾ? 1567 ਦੇ ਵਿੱਚ। ਕੁਐਸਚਨ ਨੰਬਰ 19 ਦੇਖਦੇ ਹਾਂ। ਫਤਿਹਪੁਰ ਸੀਕਰੀ ਨੂੰ ਰਾਜਧਾਨੀ ਬਣਾਇਆ ਕਦੋਂ ਬਣਾਇਆ ਸੀ? 1571 ਦੇ ਵਿੱਚ। ਅਕਬਰ ਨੇ ਜਿਹੜਾ ਫਤਿਹਪੁਰ ਸੀਕਰੀ ਨੂੰ ਰਾਜਧਾਨੀ ਬਣਾਇਆ ਸੀ ਕਦੋਂ? 1571 ਦੇ ਵਿੱਚ। ਬਹੁਤ ਹੀ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹੈ, ਬਹੁਤ ਵਾਰੀ ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕਿਆ ਹਨ। ਅੱਗੇ ਹੈ ਦਾਸ ਪ੍ਰਥਾ ਦਾ ਅੰਤ। ਦਾਸ ਪ੍ਰਥਾ ਦਾ ਅੰਤ, ਸੌਰੀ ਇੱਥੇ ਜਿਹੜਾ ਇਹ ਮਿਸਟੇਕ ਹੋ ਗਈ, 1574 ਦੇ ਵਿੱਚ ਲਿਖਿਆ ਹੋਇਆ, ਠੀਕ ਹੈ, ਤੇ ਇਸ ਨੂੰ ਰਹਿਣ ਦਿਓ। ਅੱਗੇ ਹੈਗਾ 10 ਸਾਲਾ ਪ੍ਰਣਾਲੀ ਦਾ ਆਰੰਭ ਮਜ਼ਹਰ ਦੀ ਘੋਸ਼ਣਾ। ਜਿਹੜਾ ਆਪਣਾ 10 ਸਾਲਾ ਪ੍ਰਣਾਲੀ ਦਾ ਆਰੰਭ ਅਤੇ ਮਜ਼ਹਰ ਦੀ ਘੋਸ਼ਣਾ ਕਦੋਂ ਕੀਤੀ ਅਕਬਰ ਨੇ? ਕਦੋਂ ਕੀਤੀ ਹੈ ਜੀ? 1579 ਦੇ ਵਿੱਚ। ਜਿਹੜਾ 10 ਸਾਲਾ ਪ੍ਰਣਾਲੀ ਦਾ ਆਰੰਭ ਅਤੇ ਮਜ਼ਹਰ ਦੀ ਘੋਸ਼ਣਾ ਜਿਹੜੀ ਕਦੋਂ ਕੀਤੀ ਹੈ? 1579 ਦੇ ਵਿੱਚ ਕੀਤੀ ਹੈ ਜੀ। ਅੱਗੇ ਹੈਗਾ ਦੀਨ ਏ ਇਲਾਹੀ। ਅਕਬਰ ਦੁਆਰਾ ਜਿਹੜਾ ਚਲਾਇਆ ਗਿਆ ਸੀ ਦੀਨ ਏ ਇਲਾਹੀ, ਜੋ ਕਿ ਸਾਰੇ ਧਰਮਾਂ ਨੂੰ ਬਰਾਬਰ ਮਾਨਤਾ ਦਿੰਦਾ ਸੀ। ਦੀਨ ਏ ਇਲਾਹੀ ਜਿਹੜਾ ਦੀ ਸ਼ੁਰੂਆਤ ਕਦੋਂ ਕੀਤਾ? ਸਥਾਪਿਤ ਕੀਤਾ 1582 ਦੇ ਵਿੱਚ ਕੀਤਾ ਜੀ। ਇਹ 1582 ਦੇ ਵਿੱਚ ਕੀਤਾ ਦੀਨ ਏ ਇਲਾਹੀ ਨੂੰ, ਠੀਕ ਹੈ ਨਾ। ਅੱਗੇ ਅਸੀਂ ਕਰਦੇ ਹਾਂ ਜੀ ਅਕਬਰ ਦਾ ਪੂਰਾ ਨਾਂ ਜਲਾਲੁਦੀਨ ਮੁਹੰਮਦ ਅਕਬਰ। ਅਕਬਰ ਦਾ ਜਿਹੜਾ ਪੂਰਾ ਨਾਂ ਕੀ ਸੀਗਾ? ਜਲਾਲੁਦੀਨ ਮੁਹੰਮਦ ਅਕਬਰ ਸੀਗਾ, ਠੀਕ ਹੈ ਜੀ, ਜਲਾਲੁਦੀਨ ਮੁਹੰਮਦ ਅਕਬਰ। ਅਗਲਾ ਕੁਐਸਚਨ ਆ 26 ਨੰਬਰ ਦੇਖਦੇ ਹਾਂ। ਪ੍ਰਧਾਨ ਮੰਤਰੀ ਅਕਬਰ ਦਾ ਜਿਹੜਾ ਪ੍ਰਧਾਨ ਮੰਤਰੀ ਉਹ ਕੌਣ ਸੀਗਾ ਜੀ? ਵੈਰਮ ਖਾਂ, ਠੀਕ ਹੈ, ਉਹੀ ਵੈਰਮ ਖਾਂ ਜਿਸ ਦੀ ਮੱਕਾ ਜਾਂਦੇ ਹੋਏ ਜਿਹੜਾ ਲੋਹਾਨੀ ਦੁਆਰਾ ਜਿਹੜੀ ਹੱਤਿਆ ਕਰ ਦਿੱਤੀ ਗਈ ਸੀ, ਮੁਬਾਰਕ ਸ਼ਾਹ ਲੋਹਾਨੀ ਦੁਆਰਾ। ਸਿੱਖਿਆ ਸੰਬੰਧੀ ਅਕਬਰ ਦੇ ਬਾਰੇ ਫਿਰ ਜਾਣਦੇ ਹਾਂ ਕਿ ਇੱਕ ਅਨਪੜ੍ਹ ਜਾਂ ਅਸਿੱਖ ਤੇ ਇਹਨੂੰ ਆਪਾਂ ਸੱਸ ਕਹਿ ਸਕਦੇ ਹਾਂ, ਠੀਕ ਆ। ਅਨਪੜ੍ਹ ਸ਼ਾਸਕ ਸੀ ਜਿਹੜਾ
अपना अकबर। मुगल कई बार पुछा जाता भी मुगल साम्राज का जिहड़ा अनपढ़ शासक किहड़ा सी, वो सीगा अकबर जी। ठीक है, पढ़िया लिखिया नहीं सी। ठीक है, नैक्सट हैगा अकबर द्वारा बनाए गए कुछ किले। अकबर ने जो कुछ किलों का निर्माण किया जिहड़े एक महत्वपूर्ण किले, सब तो पहले देखते हैं आगरे का किला। सब तो पहले असीं देखते हैं आगरे का किला जिहड़ा अपना अकबर ने कदों बनाया सी 1562 के विच। नैक्सट हैगा लाहौर का किला, ये हैगा जी 1563 के विच बनाया सी। नैक्सट हैगा अजमेर का किला 1573 के विच स्थापित बनाया जी। अगे है अटक का किला 1581 के विच। नैक्सट हैगा इलाहाबाद का किला 1583 के विच। ये कुछ महत्वपूर्ण जिहड़े किले आ जिन्हां दा निर्माण अकबर द्वारा करवाया गया सीगा जी। अगे हैगा खान बाबा की उपाधि। ठीक है, कई बार पेपर में पूछा गया भी जिहड़ा अकबर खान बाबा नाल किस नूं बुलाया करदा सी। अकबर जिहड़ा खान बाबा नाल बुलाया करदा सीगा वैरम खां नूं। किस नूं बुलाया करदा सीगा जी? वैरम खां नूं। वैरम खां नूं खान बाबा के नाम नाल बुलाया गया सीगा, जां फिर उसनूं खान बाबा की उपाधि किस नूं दित्ती गई सी? वैरम खां नूं। क्वेश्चन नंबर 30 देखते हैं जी। 1561 ਵਿੱਚ ਵੈਰਮ ਖਾਂ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਪਹਿਲਾ ਯੁੱਧ ਲੜਿਆ। ਜਦੋਂ 1560 ਦੇ ਵਿੱਚ ਜਿਹੜੀ ਵੈਰਮ ਖਾਂ ਦੀ ਮੌਤ ਹੋ ਜਾਂਦੀ ਆ, ਠੀਕ ਹੈ, ਤਾਂ ਉਸ ਦੀ ਹੱਤਿਆ ਕੀਤੀ ਜਾਂਦੀ ਹੈ, ਤਾਂ ਉਸ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਜਿਹੜਾ ਅਕਬਰ ਨੇ ਪਹਿਲਾ ਯੁੱਧ ਜਾਂ ਅਕਬਰ ਦੀ ਜਿਹੜੀ ਪਹਿਲੀ ਮੁਹਿੰਮ ਕਿਹੜੀ ਸੀ? ਉਹ ਹੈਗੀ ਸੀ ਮਾਲਵਾ ਦੇ ਵਾਜ ਬਹਾਦਰ ਦੇ ਵਿਰੁੱਧ। ਕਦੋਂ ਸੀ ਜੀ? 1561 ਦੇ ਵਿੱਚ, ਜਾਂ ਕਈ ਵਾਰੀ ਕਿਤਾਬਾਂ ਦੇ ਵਿੱਚ 1560 ਲਿਖਿਆ ਹੋਇਆ ਜੀ। ਠੀਕ ਹੈ ਨਾ, ਤਾਂ ਇਹ ਕਿਹੜੀ ਸੀ? 1561 ਦੇ ਵਿੱਚ ਸੀ ਪਹਿਲੀ ਜਿਹੜੀ ਮੁਹਿੰਮ ਸੀ, ਉਹ ਸੀ ਮਾਲਵਾ ਦੇ ਸ਼ਾਸਕ ਵਾਜ ਬਹਾਦਰ ਦੇ ਵਿਰੁੱਧ, ਜਿਹਦੀ ਪਹਿਲੀ ਮੁਹਿੰਮ, ਪਹਿਲੀ ਲੜਾਈ ਲੜੀ ਗਈ ਸੀ ਇਸ ਦੁਆਰਾ। ਅਕਬਰ ਦੇ ਸਮੇਂ ਵਿੱਚ ਪਹਿਲਾ ਵਿਦਰੋਹ, ਕਈ ਵਾਰੀ ਪੁੱਛਿਆ ਜਾਂਦਾ ਵੀ ਅਕਬਰ ਦੇ ਸਮੇਂ ਜਿਹੜਾ ਹੋਣ ਵਾਲਾ ਪਹਿਲਾ ਵਿਦਰੋਹ ਕਦੋਂ ਹੋਇਆ, ਤਾਂ ਕਿਹਨਾਂ ਦੇ ਕਿਸ ਦੇ ਆਪਣਾ ਕਦੋਂ ਕੀਤਾ ਗਿਆ? ਠੀਕ ਹੈ, ਅਕਬਰ ਦੇ ਸਮੇਂ ਜਿਹੜਾ ਪਹਿਲਾ ਵਿਦਰੋਹ ਹੋਇਆ ਸੀ ਉਸ ਕੀਤਾ ਸੀ ਉਜ਼ਬੇਕਾਂ ਦੁਆਰਾ। ਕਿਸ ਕੀਤਾ ਸੀ? ਉਜ਼ਬੇਕਾਂ ਦੁਆਰਾ। ਕਦੋਂ ਕੀਤਾ ਸੀ? 1564 ਦੇ ਵਿੱਚ। ਠੀਕ ਆ, ਕੱਲ੍ਹ ਅਸੀਂ ਸ਼ਾਹਜਹਾਨ ਬਾਰੇ ਔਰੰਗਜ਼ੇਬ ਬਾਰੇ ਪੜ੍ਹਿਆ ਸੀ, ਜਿਸ ਵਿੱਚ ਵੱਖ-ਵੱਖ ਵਿਦਰੋਹ ਨੇ, ਜਾਟ ਵਿਦਰੋਹ। ਠੀਕ ਆ, ਤਾਂ ਇਸ ਤਰ੍ਹਾਂ ਜਿਹੜਾ ਔਰੰਗਜ਼ੇਬ ਦੇ ਸਮੇਂ ਵੀ ਵੱਖ-ਵੱਖ ਵਿਦਰੋਹ ਨੇ, ਅਤੇ ਅਕਬਰ ਦੇ ਸਮੇਂ ਜਿਹੜਾ ਪਹਿਲਾ ਵਿਦਰੋਹ ਹੋਇਆ ਸੀ ਉਹ ਉਜ਼ਬੇਕਾਂ ਦਾ ਵਿਦਰੋਹ ਹੋਇਆ ਸੀ। ਕਿਸ ਦਾ ਹੋਇਆ ਸੀ ਜੀ? ਉਜ਼ਬੇਕਾਂ ਦਾ। ਠੀਕ ਆ, ਅਤੇ ਔਰੰਗਜ਼ੇਬ ਸਮੇਂ ਹੋਇਆ ਸੀਗਾ ਜਾਟ ਵਿਦਰੋਹ। अगला क्वेश्चन नंबर देखते हैं 32। 1575 ईस्वी ਵਿੱਚ ਅਕਬਰ ਨੇ ਆਗਰਾ ਤੋਂ 37 ਕਿਲੋਮੀਟਰ ਦੀ ਦੂਰੀ ਤੇ ਨਗਰ ਜਿਹੜਾ ਵਸਾਇਆ ਸੀ, ਉਸ ਨਗਰ ਦਾ ਕੀ ਨਾਂ ਸੀਗਾ? ਜੋ ਸੀ ਫਤਿਹਪੁਰ ਸੀਕਰੀ। ਜਾਂ ਕਈ ਵਾਰੀ ਸਿੱਧਾ ਡਾਇਰੈਕਟ ਕੁਐਸਚਨ ਪੁੱਛਿਆ ਜਾਂਦਾ ਵੀ ਜਿਹੜਾ ਫਤਿਹਪੁਰ ਸੀਕਰੀ ਆ ਕਿਹੜੇ ਮੁਗਲ ਸ਼ਾਸਕ ਨੇ ਵਸਾਇਆ ਸੀ? ਠੀਕ ਹੈ ਨਾ, ਤਾਂ ਕਿੱਥੇ ਵਸਾਇਆ ਸੀ? ਤਾਂ ਇਹ ਜਿਹੜਾ ਆਗਰੇ ਤੋਂ 37 ਕਿਲੋਮੀਟਰ ਦੇ ਦੂਰ ਤੇ ਆ, ਜੋ ਕਿ 1575 ਦੇ ਵਿੱਚ ਅਕਬਰ ਨੇ ਇਸ ਨੂੰ ਵਸਾਇਆ ਸੀ। ਨੈਕਸਟ ਹੈਗਾ ਗੁਜਰਾਤ ਦੀ ਜਿੱਤ। ਠੀਕ ਆ, ਗੁਜਰਾਤ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਇਸਨੇ ਕਿਹੜੇ ਦਰਵਾਜ਼ੇ ਦਾ ਨਿਰਮਾਣ ਕੀਤਾ? ਇਹ ਕੁਐਸਚਨ ਵੀ ਬਹੁਤ ਵਾਰੀ ਪੁੱਛਿਆ ਜਾਂਦਾ ਜੀ। ਬੁਲੰਦ ਦਰਵਾਜ਼ਾ, ਕਈ ਵਾਰੀ ਡਾਇਰੈਕਟ ਕੁਐਸਚਨ ਪੁੱਛਿਆ ਜਾਂਦਾ ਵੀ ਜਿਹੜਾ ਬੁਲੰਦ ਦਰਵਾਜ਼ਾ ਕਿਹੜੇ ਸ਼ਾਸਕ ਦੁਆਰਾ ਬਣਾਇਆ ਗਿਆ ਜੀ? ਇੱਕ ਹੈਗਾ ਜੀ ਅਲਾਈ ਦਰਵਾਜ਼ਾ। ਇਹਦੇ ਵਿੱਚ ਉਲਝ ਨਾ ਜਾਣਾ, ਜਿਹੜਾ ਅਲਾਈ ਦਰਵਾਜ਼ਾ ਅਲਾਉਦੀਨ ਖਿਲਜੀ ਦੁਆਰਾ ਨਿਰਮਾਣਿਤ ਕੀਤਾ ਗਿਆ। ਜਿਹੜਾ ਬੁਲੰਦ ਦਰਵਾਜ਼ਾ ਉਹ ਅਕਬਰ ਦੁਆਰਾ ਫਤਿਹਪੁਰ ਸੀਕਰੀ ਦੇ ਵਿੱਚ ਬਣਾਇਆ ਗਿਆ, ਜੋ ਕਿ ਗੁਜਰਾਤ ਜਿੱਤ ਦੀ ਖੁਸ਼ੀ ਦੇ ਵਿੱਚ ਬਣਾਇਆ ਸੀ। ਅਕਬਰ ਨੇ ਜਿਹੜੀ ਗੁਜਰਾਤ ਜਿੱਤ ਜਿੱਤੀ ਸੀ 1572-73 ਦੇ ਕਰੀਬ ਜਿਹੜੀ ਜਿੱਤੀ ਹੋਈ ਆ। ਕਈ ਕਿਤਾਬਾਂ ਦੇ 1572 ਮਿਲਦਾ, ਕਈਆਂ ਤੇ 1573 ਮਿਲਦਾ ਜੀ। ਠੀਕ ਹੈ ਨਾ, ਫਤਿਹਪੁਰ ਸੀਕਰੀ ਧਾਰਮਿਕ ਪ੍ਰਾਰਥਨਾਵਾਂ ਦੀ ਲਈ ਜਿਹੜਾ ਬਣਾਇਆ ਸੀ ਉਸ ਨੂੰ ਕੀ ਬੋਲਦੇ ਹੁੰਦੇ ਸੀ? ਇਬਾਦਤ ਖਾਨਾ। ਫਤਿਹਪੁਰ ਸੀਕਰੀ ਵਿੱਚ ਅਕਬਰ ਨੇ ਕੀ ਬਣਾਇਆ ਸੀਗਾ? ਇਬਾਦਤ ਖਾਨਾ, ਜਿੱਥੇ ਬੈਠ ਕੇ ਉਹ ਆਪਣਾ ਵਿਚਾਰ ਵਿਮਰਸ਼, ਠੀਕ ਆ, ਸਲਾਹ, ਧਾਰਮਿਕ ਉਪਦੇਸ਼ ਦਿੰਦਾ ਸੀ, ਉਸ ਨੂੰ ਕੀ ਬੋਲਦੇ ਸੀ? ਇਬਾਦਤ ਖਾਨਾ। ਠੀਕ ਹੈ, ਕੁਐਸਚਨ ਨੰਬਰ 35 ਦੇਖਦੇ ਹਾਂ। 18 ਜੂਨ 1576 ਨੂੰ ਹਲਦੀ ਘਾਟੀ ਦੇ ਪ੍ਰਸਿੱਧ ਯੁੱਧ ਵਿੱਚ ਅਕਬਰ ਦਾ ਸੈਨਾਪਤੀ ਕੌਣ ਸੀ? ਠੀਕ ਹੈ ਨਾ, ਜਿਹੜਾ 18 ਜੂਨ ਹਲਦੀ ਘਾਟੀ ਦਾ ਯੁੱਧ, ਕਈ ਵਾਰੀ ਡੇਟ ਪੁੱਛੀ ਜਾ ਸਕਦੀ ਆ ਵੀ ਹਲਦੀ ਘਾਟੀ ਦਾ ਯੁੱਧ ਜਿਹੜਾ ਕਦੋਂ ਹੋਇਆ? 18 ਜੂਨ 1576 ਨੂੰ। ਠੀਕ ਆ, ਜਾਂ ਫਿਰ ਪੁੱਛਿਆ ਜਾਂਦਾ ਜਿਹੜਾ ਹਲਦੀ ਘਾਟੀ ਦਾ ਯੁੱਧ ਆ ਉਹ ਕਿਸ ਕਿਸ ਦੇ ਦਰਮਿਆਨ ਹੋਇਆ? ਠੀਕ ਹੈ, ਜਾਂ ਫਿਰ ਪੁੱਛਿਆ ਜਾ ਸਕਦਾ ਵੀ ਅਕਬਰ ਵੱਲੋਂ ਕੌਣ ਸੀ ਅਤੇ ਮਹਾਰਾਣਾ ਪ੍ਰਤਾਪ ਵੱਲੋਂ ਉਸਦਾ ਸੈਨਾਪਤੀ ਕੌਣ ਸੀ? ਤਾਂ ਇੱਥੇ ਦੇਖਦੇ ਹਾਂ ਜਿਹੜਾ ਅਕਬਰ ਦਾ ਸੈਨਾਪਤੀ ਉਹ ਸੀਗਾ ਇਹਦੇ ਵਿੱਚ ਹੀ ਮਾਨ ਸਿੰਘ। ਠੀਕ ਆ, ਨੇ ਮੇਵਾੜ ਦੇ ਸ਼ਾਸਕ ਮਹਾਰਾਣਾ ਪ੍ਰਤਾਪ ਨੂੰ ਇਸ ਵਿੱਚ ਹਰਾਇਆ ਸੀ। ਕਿਸ ਨੂੰ ਹਰਾਇਆ ਸੀ? ਮਹਾਰਾਣਾ ਪ੍ਰਤਾਪ ਨੂੰ। ਮਹਾਰਾਣਾ ਪ੍ਰਤਾਪ ਬਾਰੇ ਯਾਦ ਰੱਖਿਓ, ਇਸਦਾ ਇੱਕ ਘੋੜਾ ਸੀ ਮਹਾਰਾਣਾ ਪ੍ਰਤਾਪ ਦਾ, ਚੇਤਕ। ਠੀਕ ਹੈ ਨਾ, ਮਹਾਰਾਣਾ ਪ੍ਰਤਾਪ ਦਾ ਘੋੜੇ ਦਾ ਕੀ ਨਾਂ ਸੀਗਾ? ਚੇਤਕ। ਠੀਕ ਹੈ ਨਾ, ਕੁਐਸਚਨ ਨੰਬਰ 37 ਦੇਖਦੇ ਹਾਂ। 1576 ਈਸਵੀ ਵਿੱਚ ਅਕਬਰ ਨੇ 1576 ਈਸਵੀ ਵਿੱਚ ਅਕਬਰ ਨੇ ਦੌਦ ਖਾਂ ਨੂੰ ਹਰਾ ਕੇ ਉੱਤਰ ਭਾਰਤ ਵਿੱਚੋਂ ਕੱਢ ਕੇ ਅੰਤਮ ਅਫਗਾਨ ਸ਼ਾਸਕ ਦਾ ਅੰਤ ਕੀਤਾ ਸੀ। ਜਿਹੜਾ ਦੌਦ ਖਾਂ ਸੀ
ਅੰਤਮ ਅਫਗਾਨ ਸ਼ਾਸਕ, ਉਸ ਦਾ ਅੰਤ ਜਿਹੜਾ ਅਕਬਰ ਨੇ ਕਦੋਂ ਕੀਤਾ ਸੀਗਾ 1576 ਦੇ ਵਿੱਚ, ਠੀਕ ਹੈ ਨਾ। ਕੁਐਸਚਨ ਨੰਬਰ 37 ਦੇਖਦੇ ਹਾਂ, ਮਜ਼ਹਰ ਦੀ ਘੋਸ਼ਣਾ 1579 ਦਾ ਸਵਰੂਪ ਆ ਜਿਹੜਾ ਉਹ ਕਿਸ ਨੇ ਤਿਆਰ ਕੀਤਾ ਸੀ। ਜਿਹੜਾ ਕਈ ਵਾਰੀ ਪੁੱਛਿਆ ਜਾਂਦਾ ਜਿਹੜਾ ਮਜ਼ਹਰ ਘੋਸ਼ਣਾ ਜਾਂ ਮਜ਼ਹਰ ਦੀ ਸਥਾਪਨਾ ਕਦੋਂ ਕੀਤੀ ਹੈ 1579 ਦੇ ਵਿੱਚ। ਇਸ ਦਾ ਜਿਹੜਾ ਸਵਰੂਪ, ਇਸ ਦੀ ਰੂਪ ਰੇਖਾ, ਠੀਕ ਹੈ, ਉਹ ਕਿਸ ਨੇ ਤਿਆਰ ਕੀਤੀ ਆ, ਸ਼ੇਖ ਮੁਬਾਰਕ। ਕੌਣ ਸੀਗਾ ਜੀ, ਸ਼ੇਖ ਮੁਬਾਰਕ। ਸ਼ੇਖ ਮੁਬਾਰਕ ਕੌਣ ਆ, ਅਵਲ ਫਜ਼ਲ, ਅਵਲ ਫਜ਼ਲ ਪਲੱਸ ਫੈਜੀ, ਇੱਕ ਅਵਲ ਫਜ਼ਲ ਪਲੱਸ ਫੈਜੀ, ਅਵਲ ਫਜ਼ਲ ਤੇ ਫੈਜੀ ਦਾ ਜਿਹੜਾ ਜੀ ਇਹ ਪਿਤਾ ਜੀ। ਅਵਲ ਫਜ਼ਲ ਕੌਣ ਆ, ਅਵਲ ਫਜ਼ਲ ਕੌਣ ਸੀਗਾ, ਅਕਬਰ ਦੇ ਦਰਬਾਰ ਦਾ ਇੱਕ ਜਿਹੜਾ ਇਤਿਹਾਸਕਾਰ, ਠੀਕ ਹੈ, ਅਵਲ ਫਜ਼ਲ, ਜਿਸ ਨੇ ਐਨ ਅਕਬਰੀ, ਠੀਕ ਹੈ, ਅਕਬਰਨਾਮਾ ਦੀ ਰਚਨਾ ਕੀਤੀ ਸੀ ਆਪਣਾ ਅਵਲ ਫਜ਼ਲ ਨੇ, ਠੀਕ ਹੈ। ਅਵਲ ਫਜ਼ਲ ਪਲੱਸ ਫੈਜੀ ਦਾ ਜਿਹੜਾ ਪਿਤਾ ਸੀ ਉਹ ਕੌਣ ਸੀਗਾ, ਸ਼ੇਖ ਮੁਬਾਰਕ। ਕਿਸ ਨੇ ਕੀ ਕੀਤਾ ਸੀਗਾ, ਮਜ਼ਹਰ ਦੀ ਜਿਹੜਾ ਸਵਰੂਪ ਆ, ਠੀਕ ਹੈ, ਉਸ ਦੀ ਰੂਪ ਰੇਖਾ ਤਿਆਰ ਕੀਤੀ ਸੀ। ਕੁਐਸਚਨ ਨੰਬਰ 38 ਦੇਖਦੇ ਹਾਂ, ਦੀਨ ਇਲਾਹੀ ਨੂੰ ਅਪਣਾਉਣ ਵਾਲਾ ਪਹਿਲਾ ਜਿਹੜਾ ਤਾਂ ਆਖਰੀ ਹਿੰਦੂ, ਪਹਿਲਾ ਤੇ ਆਖਰੀ ਹਿੰਦੂ ਕੌਣ ਸੀਗਾ, ਕੌਣ ਸੀਗਾ ਜੀ, ਵੀਰਬਲ। ਵੀਰਬਲ, ਵੀਰਬਲ ਸੀਗਾ ਜਿਹੜਾ ਦੀਨ ਇਲਾਹੀ ਨੂੰ ਅਪਣਾਉਣ ਵਾਲਾ ਪਹਿਲਾ ਤੇ ਆਖਰੀ ਹਿੰਦੂ ਸੀ, ਵੀਰਬਲ, ਠੀਕ ਹੈ, ਜੋ ਕਿ ਇਸ ਦੇ 9 ਰਤਨਾਂ ਵਿੱਚੋਂ ਇੱਕ ਸੀਗਾ, ਠੀਕ ਹੈ। ਅੱਗੇ ਦੇਖਦੇ ਹਾਂ ਜੀ, ਕੁਐਸਚਨ ਨੰਬਰ 38, ਹਾਂ 38 ਹੋ ਗਿਆ ਜੀ। ਅੱਗੇ ਦੇਖਦੇ ਹਾਂ, ਅਕਬਰ ਦੇ ਦਰਬਾਰ ਦੇ 9 ਰਤਨ, ਅਕਬਰ ਦੇ ਦਰਬਾਰ ਦੇ 9 ਰਤਨ। ਕਈ ਵਾਰੀ ਕੁਐਸਚਨ ਪੁੱਛਿਆ ਜਾਂਦਾ ਵੀ ਜਿਹੜਾ ਇਹਨਾਂ ਵਿੱਚੋਂ ਕਿਹੜਾ ਅਕਬਰ ਦੇ 9 ਰਤਨਾਂ ਵਿੱਚੋਂ ਨਹੀਂ ਸੀ, ਜਾਂ ਕਿਹੜੇ ਆਪਣਾ 9 ਰਤਨਾਂ ਵਿੱਚ ਸਨ, ਠੀਕ ਹੈ। ਇਸ ਕਰਕੇ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਹੜੇ ਅਕਬਰ ਦੇ 9 ਰਤਨਾਂ ਦੇ ਵਿੱਚ ਕੌਣ ਕੌਣ ਸੀਗਾ। ਇਹਨਾਂ ਬਾਰੇ ਆਪਾਂ ਇੱਕ ਵੱਖਰੀ ਵੀਡੀਓ ਬਣਾਵਾਂਗੇ, ਇਹਨਾਂ ਬਾਰੇ ਕਈ ਵਾਰੀ ਕੁਐਸਚਨ ਪੁੱਛਿਆ ਜਾਂਦਾ। ਸਭ ਤੋਂ ਪਹਿਲਾਂ ਦੇਖੋ ਅਕਬਰ ਦੇ 9 ਰਤਨਾਂ ਬਾਰੇ ਦੇਖਦੇ ਹਾਂ। ਸਭ ਤੋਂ ਪਹਿਲਾਂ ਵੀਰਬਲ, ਅਵਲ ਫਜ਼ਲ, ਤਾਨਸੈਨ, ਅਬਦੁਲ ਰਹੀਮ, ਜਿਸ ਨੂੰ ਜਿਹੜਾ ਆਪਾਂ ਬੈਰਮ ਖਾਨ ਦਾ ਪੁੱਤਰ ਸੀ, ਮਾਨ ਸਿੰਘ, ਮਾਨ ਸਿੰਘ, ਰਾਜਾ ਟੋਡਰਮਲ, ਸ਼ੇਖ ਫੈਜੀ, ਹਕੀਮ ਹਮਾਮ ਤੇ ਮੁੱਲਾ ਦੋ ਪਿਆਜ਼ਾ, ਠੀਕ ਹੈ ਨਾ। ਇਹ ਜਿਹੜੇ ਅਕਬਰ ਦੇ 9 ਰਤਨ ਸਨ, ਵੀਰਬਲ, ਅਵਲ ਫਜ਼ਲ, ਤਾਨਸੈਨ, ਅਬਦੁਲ ਰਹੀਮ ਖਾਨ ਖਾਨਾ, ਮਾਨ ਸਿੰਘ, ਰਾਜਾ ਟੋਡਰਮਲ, ਸ਼ੇਖ ਫੈਜੀ, ਹਕੀਮ ਹਮਾਮ, ਮੁੱਲਾ ਦੋ ਪਿਆਜ਼ਾ। ਇਹ ਯਾਦ ਰੱਖਣੇ ਆ ਕਿਹੜੇ ਅਕਬਰ ਦੇ 9 ਰਤਨਾਂ ਵਿੱਚ ਸ਼ਾਮਲ ਸਨ। ਕੁਐਸਚਨ ਨੰਬਰ 41 ਦੇਖਦੇ ਹਾਂ, ਸਜਦਾ ਅਤੇ ਜਿਮੀ ਪੋਸ ਦੀ ਪ੍ਰਥਾ ਦੀ ਸ਼ੁਰੂਆਤ ਕੀਤੀ ਸੀ। ਸਜਦਾ ਜਿਵੇਂ ਆਪਾਂ ਸਲਾਮ ਕਰਦੇ ਹਾਂ, ਜਿਮੀ ਪੋਸ ਹੁੰਦਾ ਸਮਰਾਟ ਨੂੰ ਆਪਣੇ ਝੁੱਕ ਕੇ ਪ੍ਰਣਾਮ ਕਰਨਾ, ਠੀਕ ਹੈ, ਆਪਣਾ ਜ਼ਮੀਨ ਨੂੰ ਚੁੰਮਣਾ। ਇਹ ਸ਼ੁਰੂਆਤ ਕੀਤੀ ਸੀ ਅਕਬਰ ਨੇ ਜੀ। ਪਿੱਛੇ ਆਪਾਂ ਬਲਬਨ ਵੀ ਪੜ੍ਹਿਆ, ਬਲਬਨ ਦੇ ਵਿੱਚ ਵੀ ਜਿਹੜਾ ਬਲਬਨ ਨੇ ਵੀ ਸਜਦਾ ਤੇ ਪਬੋਸ, ਕਈ ਵਾਰੀ ਬਲਬਨ ਪੁੱਛਿਆ ਜਾਂਦਾ, ਠੀਕ ਆ। ਤਾਂ ਅਕਬਰ ਨੇ ਵੀ ਇਸ ਪ੍ਰਥਾ ਨੂੰ ਚਾਲੂ ਰੱਖਿਆ ਜਾਂ ਸ਼ੁਰੂਆਤ ਕੀਤੀ। ਝਰੋਖਾ ਦਰਸ਼ਨ ਦੀ ਸ਼ੁਰੂਆਤ ਕਿਸ ਨੇ ਕੀਤੀ, ਝਰੋਖਾ ਦਰਸ਼ਨ ਕਿਹੜਾ ਸਮਰਾਟ ਆ ਜਿਹੜਾ ਦਿੰਦਾ ਹੁੰਦਾ ਸੀ, ਉਹ ਸੀ ਅਕਬਰ। ਝਰੋਖਾ ਦਰਸ਼ਨ ਪ੍ਰਥਾ ਆਪਾਂ ਕੱਲ੍ਹ ਹੀ ਪੜ੍ਹ ਕੇ ਹਟੇ ਹਾਂ ਜੀ, ਕਿਸੇ ਨੇ ਖਤਮ ਕੀਤੀ ਸੀ, ਔਰੰਗਜ਼ੇਬ ਨੇ। ਝਰੋਖਾ ਦਰਸ਼ਨ ਦੀ ਪ੍ਰਥਾ ਸ਼ੁਰੂ ਕਰਨ ਵਾਲਾ ਸਮਰਾਟ ਕਿਹੜਾ ਸੀਗਾ, ਅਕਬਰ, ਅਤੇ ਖਤਮ ਕਰਨ ਵਾਲਾ ਕੌਣ ਸੀਗਾ ਜੀ, ਔਰੰਗਜ਼ੇਬ। ਕੁਐਸਚਨ ਨੰਬਰ 44 ਦੇਖਦੇ ਹਾਂ, ਅਕਬਰ ਨੇ ਸ਼ੇਰਸ਼ਾਹ ਸੂਰੀ ਦੀ ਭੂਮੀ ਘਰ ਵਿਵਸਥਾ ਜਿਹਨੂੰ ਆਪਾਂ ਜ਼ਬਤੀ ਨੂੰ ਵਿਗਿਆਨਕ ਸੁਧਾਰ ਬਣਾਇਆ, ਠੀਕ ਹੈ। ਤਾਂ ਇਹ ਵੀ ਯਾਦ ਰੱਖਣ ਵਾਲਾ ਗੱਲ ਆ, ਜਿਹੜਾ ਜ਼ਬਤੀ ਪ੍ਰਥਾ ਸੀ ਉਹ ਜਿਹੜੀ ਕਿਸ ਦੁਆਰਾ ਜਿਹੜੀ ਪਹਿਲਾਂ ਸ਼ੁਰੂ ਕੀਤੀ ਗਈ ਸੀ ਜੀ, ਆਪਣਾ ਸ਼ੇਰਸ਼ਾਹ ਸੂਰੀ ਦੁਆਰਾ, ਠੀਕ ਆ। ਉਸ ਨੂੰ ਵਿਗਿਆਨਕ ਆਧਾਰ ਬਣਾਇਆ ਸੀ ਅਕਬਰ ਨੇ ਜੀ, ਹਾਂਜੀ। ਕੁਐਸਚਨ ਨੰਬਰ 45 ਦੇਖਦੇ ਹਾਂ, ਅਕਬਰ ਦੇ ਸਮਕਾਲੀ ਸ਼ਾਸਕ ਜਿਹੜੇ ਅਕਬਰ ਦੇ ਸਮਕਾਲੀ ਸ਼ਾਸਕ ਜਿਹੜੇ ਵਿਦੇਸ਼ੀ ਸੀ ਉਹ ਕਿਹੜੇ ਸੀ। ਸਭ ਤੋਂ ਪਹਿਲਾਂ ਦੇਖਦੇ ਹਾਂ, ਐਲਿਜ਼ਾਬੈਥ ਇੰਗਲੈਂਡ ਦੀ ਰਾਣੀ ਸੀ, ਜਿਹੜੀ ਐਲਿਜ਼ਾਬੈਥ ਇੰਗਲੈਂਡ ਦੀ ਰਾਣੀ ਸੀ, ਉਸ ਦਾ ਜਿਹੜਾ ਸ਼ਾਸਨ ਕਾਲ 1558 ਤੋਂ ਲੈ ਕੇ 1603, ਇਹ ਕਿਹਦੀ ਸਮਕਾਲੀ ਸੀ ਜੀ, ਅਕਬਰ ਦੀ। ਸਮਰਾਟ ਹੈਨਰੀ ਚੌਥਾ, ਸਮਰਾਟ ਹੈਨਰੀ ਚੌਥਾ, ਸਮਰਾਟ ਹੈਨਰੀ ਚੌਥਾ ਕਿੱਥੋਂ ਦਾ ਸੀ ਆ, ਫਰਾਂਸ ਦਾ ਜੀ। 1553 ਤੋਂ ਲੈ ਕੇ 1610 ਜਿਹੜਾ ਸ਼ਾਸਨ ਕਾਲ ਸੀਗਾ, ਇਹ ਵੀ ਜਿਹੜਾ ਅਕਬਰ ਦਾ ਸਮਕਾਲੀ ਸੀ। ਸ਼ਾਹ ਅਬਾਸ, ਸ਼ਾਹ ਅਬਾਸ ਕਿੱਥੋਂ ਸ਼ਾਸਕ ਸੀ, ਈਰਾਨ ਦਾ। ਸਮਾਂ ਜਿਹੜਾ ਸੀ 1588 ਤੋਂ ਲੈ ਕੇ 1629 ਤੱਕ। ਬੇਸ਼ੱਕ ਸਮੇਂ ਬਾਰੇ ਯਾਦ ਰੱਖਣ ਦੀ ਜ਼ਿਆਦਾ ਜ਼ਰੂਰਤ ਨਹੀਂ ਹੈ, ਸਿਰਫ ਆਪਾਂ ਸਮਕਾਲੀ ਯਾਦ ਰੱਖਣੇ ਆ। ਅੱਗੇ ਹੈਗਾ ਜਾਰ ਇਵਾਨ ਵੇਸਨ ਵਿੱਚ, ਇਹ ਕਿੱਥੋਂ ਦਾ ਸੀ ਜੀ, ਰੂਸ ਦਾ। ਕੌਣ ਸੀਗਾ, ਜਾਰ ਇਵਾਨ ਵੇਸਨ ਜੇਚਪ, ਕਿੱਥੋਂ ਦਾ ਸੀਗਾ ਜੀ, ਰੂਸ ਦਾ। 1530 ਤੋਂ ਲੈ ਕੇ 1584 ਤੱਕ ਜਿਹੜਾ ਸ਼ਾਸਨ ਕਾਲ ਸੀ, ਠੀਕ ਹੈ। ਤੇ ਇਹ ਕੁਛ ਜਿਹੜੇ ਆਪਣੇ ਦੇਸ਼ਾਂ ਦੇ ਜਿਹੜੇ ਸਮਕਾਲੀ ਸੀ ਅਕਬਰ ਦੇ। ਕੁਐਸਚਨ ਨੰਬਰ 46 ਕਰਦੇ ਹਾਂ, ਅਕਬਰ ਦੀਆਂ ਮਹੱਤਵਪੂਰਨ ਜਿੱਤਾਂ, ਅਕਬਰ ਦੀਆਂ ਮਹੱਤਵਪੂਰਨ ਜਿੱਤਾਂ।
ਤਾਂ ਸਭ ਤੋਂ ਪਹਿਲਾਂ ਤਾਂ ਦੇਖਣ ਵਾਲੀ ਗੱਲ ਆ, ਪ੍ਰਸ਼ਨ ਆਮ ਤੌਰ 'ਤੇ ਪੇਪਰਾਂ 'ਚ ਪਹਿਲੀ ਤੇ ਜਿਹੜੀ ਇਸ ਦੀ ਅੰਤਮ ਜਿਹੜੀ ਉਹ ਜਿੱਤ ਜਾਂ ਲੜਾਈ ਪੁੱਛੀ ਜਾਂਦੀ ਆ। ਸਭ ਤੋਂ ਪਹਿਲਾਂ ਦੇਖਦੇ ਹਾਂ ਜੀ, ਜਿਹੜੀ ਇਹਦੀ ਪਹਿਲੀ ਜਿਹੜੀ ਲੜਾਈ ਸੀ ਆਪਣੀ ਮਾਲਵਾ 1561, ਆਪਣਾ ਜਿਹੜੀ ਆਪਾਂ ਕੀਤੀ ਆ ਬਾਜ ਬਹਾਦਰ, ਠੀਕ ਹੈ ਨਾ। ਅਤੇ ਉਹਦੇ ਵਿਰੁੱਧ ਸੀਗੀ ਜਿਹੜੀ ਮਾਲਵਾ ਦੀ ਲੜਾਈ ਸੀ, ਜਿਹੜੀ ਕਿ 1561 ਦੇ ਵਿੱਚ ਪਹਿਲੀ ਸੀ। ਅੱਗੇ ਹੈਗੀ ਆ ਚੁਨਾਰ ਜਿੱਤ ਜੀ, ਅਕਬਰ ਨੇ ਜਿਹੜਾ ਚੁਨਾਰ ਜਿੱਤਿਆ 1561 ਦੇ ਵਿੱਚ। ਕਦੋਂ ਜਿੱਤਿਆ? 1561 ਦੇ ਵਿੱਚ। ਨੈਕਸਟ ਹੈ ਜੀ ਮੇਵਾੜ। ਮੇਵਾੜ ਦੀ ਜਿੱਤ ਕਦੋਂ ਜਿੱਤੀ ਆ? 1567 ਦੇ ਵਿੱਚ। ਇੱਥੇ ਕੌਣ ਸੀਗਾ ਜਿਹੜਾ ਸ਼ਾਸਕ ਸੀ? ਇੱਥੇ ਕਿਸ ਦਾ ਸ਼ਾਸਨ ਸੀਗਾ? ਉਦੇ ਸਿੰਘ ਦਾ ਜੀ। ਕਿਸ ਦਾ ਸੀ ਜੀ? ਉਦੇ ਸਿੰਘ, ਠੀਕ ਹੈ, ਯਾਦ ਰੱਖਣ ਦੀ ਗੱਲ ਆ, ਉਦੇ ਸਿੰਘ। ਰਣਥੰਭੌਰ ਦੀ ਜਿੱਤ 1569 ਦੇ ਵਿੱਚ। 1569 ਦੇ ਵਿੱਚ ਜੀ ਕੌਣ ਸੀ ਇੱਥੇ? ਸੂਰਜਯਨ ਰਾਏ। ਸੂਰਜਯਨ ਰਾਏ, ਇਹ ਵੀ ਗੱਲ ਯਾਦ ਰੱਖਣ ਲਈ ਹੈ ਜੀ, ਸੂਰਜਯਨ ਰਾਏ ਰਣਥੰਭੌਰ ਦੇ ਵਿੱਚ। ਕਲਿੰਜਰ ਤੇ ਜਿੱਤ। ਕਲਿੰਜਰ ਕਦੋਂ ਜਿੱਤਿਆ ਅਕਬਰ ਨੇ? 1569 ਦੇ ਵਿੱਚ ਜੀ। ਕਦੋਂ ਜਿੱਤਿਆ? 1569 ਦੇ ਵਿੱਚ ਜਿੱਤਿਆ ਸੀ। ਇੱਥੇ ਕੌਣ ਸੀ? ਕਿਸ ਦਾ ਸ਼ਾਸਨ ਸੀਗਾ? ਰਾਮਚੰਦਰ। ਗੁਜਰਾਤ ਦੀ ਜਿੱਤ 1572 ਦੇ ਵਿੱਚ। ਜਿਹੜਾ ਅਕਬਰ ਨੇ ਜਿਹੜਾ ਗੁਜਰਾਤ ਜਿੱਤਿਆ, ਕਦੋਂ ਜਿੱਤਿਆ ਜੀ? 1572 ਦੇ ਵਿੱਚ। ਇੱਥੇ ਕਿਸ ਦਾ ਸ਼ਾਸਨ ਸੀ? ਯਾਦ ਰੱਖਣ ਵਾਲੀ ਗੱਲ ਹੈ, ਬਹੁਤ ਇੰਪੋਰਟੈਂਟ ਆ, ਇਤਮਾਦ ਖਾਂ। ਕੌਣ ਸੀ ਜੀ ਇੱਥੇ? ਇਤਮਾਦ ਖਾਂ। ਅਤੇ ਜਿਹੜੀ ਆਖਰੀ ਜਿੱਤ ਅਮੀਰਗੜ੍ਹ ਦੀ ਜਿੱਤ 1601 ਦੇ ਵਿੱਚ ਜਿੱਤੀ ਹੈ। ਜਿਹੜੀ ਆਖਰੀ ਜਿੱਤ ਸੀ ਜਿਹੜੀ 1601 ਦੇ ਵਿੱਚ ਸੀ। ਇੱਥੇ ਕੌਣ ਸੀਗਾ? ਮੀਰ ਬਹਾਦਰ। ਜਿਹੜਾ ਇਸ ਨੂੰ ਤੀਜਾ ਅਭਿਆਨ ਵੀ ਆਪਾਂ ਕਹਾਂਗੇ, ਠੀਕ ਹੈ, ਦੱਖਣੀ ਅਭਿਆਨ ਤੀਜਾ, ਠੀਕ ਆ। ਜਿਹੜਾ ਅਸੀਰਗੜ੍ਹ ਜਿੱਤਿਆ ਸੀਗਾ 1601 ਦੇ ਵਿੱਚ ਜਿੱਤਿਆ ਸੀ ਮੀਰ ਬਹਾਦਰ। 1564 ਦੇ ਵਿੱਚ ਗੋਂਡਵਾਨਾ ਦੀ ਰਾਣੀ ਦੁਰਗਾਪਤੀ ਨੂੰ ਹਰਾਇਆ ਸੀ, ਠੀਕ ਆ। ਇਹ ਵੀ ਕਈ ਵਾਰੀ ਕੁਐਸਚਨ ਇਸ ਤਰ੍ਹਾਂ ਘੁਮਾਇਆ ਜਾਂਦਾ ਵੀ ਜਿਹੜੀ ਰਾਣੀ ਦੁਰਗਾਪਤੀ ਹੈ ਕਿਸ ਦੀ ਸਮਕਾਲੀ ਸੀ? ਤਾਂ ਇਹ ਕਿਸ ਦੀ ਸਮਕਾਲੀ ਸੀ? ਅਕਬਰ ਦੀ ਸਮਕਾਲੀ ਸੀ ਰਾਣੀ ਦੁਰਗਾਪਤੀ, ਠੀਕ ਹੈ ਨਾ। ਅਤੇ ਇਹ ਮਾਂਡਲਾ ਦੀ ਰਾਣੀ ਸੀ, ਠੀਕ ਹੈ। ਅੱਗੇ ਆਪਾਂ ਕਰਾਂਗੇ ਕੁਐਸਚਨ ਨੰਬਰ 47 ਦੇਖਦੇ ਹਾਂ। ਬਾਜ ਬਹਾਦਰ ਅਤੇ ਰੂਪਮਤੀ ਦੀ ਸਮਾਧੀ ਕਿੱਥੇ ਆ? ਬਾਜ ਬਹਾਦਰ ਤੇ ਰੂਪਮਤੀ ਦੀ ਸਮਾਧੀ ਕਿੱਥੇ ਆ ਜੀ? ਇਹ ਹੈਗੀ ਆ ਬਣੀ ਹੋਈ ਜੀ ਉਜੈਨ ਦੇ ਵਿੱਚ। ਕਿੱਥੇ ਬਣੀ ਹੋਈ ਹੈ ਜੀ? ਉਜੈਨ ਦੇ ਵਿੱਚ। ਕੁਐਸਚਨ ਨੰਬਰ 48 ਦੇਖਦੇ ਹਾਂ। ਰਾਜਾ ਭਾਰਮਲ ਨੇ 1562 ਦੇ ਵਿੱਚ ਆਪਣੀ ਪੁੱਤਰੀ ਹਰਖਾ ਬਾਈ, ਜਿਸ ਨੂੰ ਜੋਧਾ ਬਾਈ ਦੇ ਨਾਂ ਨਾਲ ਜਾਣਿਆ, ਆਪਣਾ ਅਕਬਰ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ ਸੀ। ਜੋਧਾ ਬਾਈ, ਠੀਕ ਹੈ ਨਾ, ਜੋਧਾ ਬਾਈ, ਠੀਕ ਆ। ਇਹ ਕਿਸ ਦੀ ਪੁੱਤਰੀ ਸੀ? ਰਾਜਾ ਭਾਰਮਲ। 1562 ਦੇ ਵਿੱਚ ਉਸਨੇ ਆਪਣੀ ਪੁੱਤਰੀ ਦਾ ਵਿਆਹ, ਜਿਸ ਨੂੰ ਹਰਖਾ ਬਾਈ ਦੇ ਨਾਲ ਵੀ ਜਾਣਿਆ ਜਾਂਦਾ ਹੈ, ਅਕਬਰ ਦੇ ਸਾਹਮਣੇ ਇਸ ਦਾ ਪ੍ਰਸਤਾਵ ਰੱਖਿਆ ਸੀ। ਅਕਬਰ ਨੇ ਜਿਹੜਾ ਰਾਜਪੂਤਾਂ ਨਾਲ, ਕੁਐਸਚਨ ਨੰਬਰ 49 ਦੇ ਵਿੱਚ ਦੇਖਦੇ ਹਾਂ, ਅਕਬਰ ਨੇ ਰਾਜਪੂਤਾਂ ਨਾਲ ਜਿਹੜੇ ਵਿਆਹਕ ਸੰਬੰਧ ਸਥਾਪਿਤ ਕੀਤੇ ਨੇ ਜੀ। ਅਕਬਰ ਨੇ ਕੀ ਕੀਤਾ? ਜਿਹੜੇ ਰਾਜਪੂਤਾਂ ਨਾਲ ਵਿਆਹਕ ਸੰਬੰਧ ਸਥਾਪਿਤ ਕੀਤੇ ਨੇ। ਇਸ ਤੋਂ ਬਾਅਦ ਦੇ ਸ਼ਾਸਕਾਂ ਨੇ ਵੀ ਇਸ ਨੀਤੀ ਨੂੰ ਅਪਣਾਇਆ ਸੀਗਾ, ਠੀਕ ਹੈ ਨਾ। ਕੁਐਸਚਨ ਨੰਬਰ 50 ਦੇਖਦੇ ਹਾਂ। ਮੇਵਾੜ ਦੀ ਜਿੱਤ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਜਿਹੜੀ ਮੇਵਾੜ ਦੀ ਜਿੱਤੀ ਆ, ਜਿਹੜੀ ਆਪਣੀ ਆਪਾਂ ਗੱਲ ਕੀਤੀ ਆ, ਉਸ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਜਿਹੜੇ ਦੋ ਸੈਨਾਪਤੀ ਕਿਹੜੇ ਸੀਗੇ? ਉਹ ਸੀ ਜੀ ਜੈਮਲ ਤੇ ਫਤਿਹ। ਕੌਣ ਸੀਗੀ ਜੀ? ਜੈਮਲ ਤੇ ਫਤਿਹ, ਜਿਨ੍ਹਾਂ ਦੀ ਯਾਦ ਵਿੱਚ ਅਕਬਰ ਨੇ ਆਗਰੇ ਦੇ ਕਿਲ੍ਹੇ ਵਿੱਚ ਉਹਨਾਂ ਦੀਆਂ ਮੂਰਤੀਆਂ ਵੀ ਬਣਾਈਆਂ ਹੋਈਆਂ ਨੇ, ਠੀਕ ਹੈ। ਜੈਮਲ ਤੇ ਫਤਿਹ ਇਹ ਰਾਜਪੂਤ ਸੈਨਾਪਤੀ ਸੀ ਦੋ। ਕੌਣ ਸੀ? ਜੈਮਲ ਤੇ ਫਤਿਹ। ਅਕਬਰ ਦੇ ਸ਼ਾਸਨ ਕਾਲ ਵਿੱਚ, ਅਗਲਾ ਕੁਐਸਚਨ 51 ਦੇਖਦੇ ਹਾਂ। ਅਕਬਰ ਦੇ ਸ਼ਾਸਨ ਕਾਲ ਵਿੱਚ ਅਮਲ ਗੁਜ਼ਾਰ ਨਾਮਕ ਅਧਿਕਾਰੀ ਕੀ ਕੰਮ ਕਰਦਾ ਸੀ ਜੀ? ਜਿਹੜਾ ਅਮਲ ਗੁਜ਼ਾਰ ਅਧਿਕਾਰੀ ਸੀ ਉਹ ਕੀ ਕੰਮ ਕਰਦਾ ਸੀ ਜੀ? ਭੂਮੀ ਕਰ ਮੁਲਾਂਕਣ ਕਰਦਾ ਸੀ ਅਤੇ ਉਸ ਦਾ ਸੰਗ੍ਰਹਿ ਕਰਦਾ ਸੀਗਾ, ਠੀਕ ਹੈ ਨਾ। ਅਮਲ ਗੁਜ਼ਾਰ ਨਾਮਕ ਅਧਿਕਾਰੀ ਸੀਗਾ ਜੀ। ਕੁਐਸਚਨ ਨੰਬਰ 52 ਦੇਖਦੇ ਹਾਂ। ਅਕਬਰ ਦੁਆਰਾ ਬਣਾਈ ਗਈ ਇਮਾਰਤ ਦਾ ਨਕਸ਼ਾ। ਅਕਬਰ ਨੇ ਇੱਕ ਇਮਾਰਤ ਬਣਾਈ ਸੀ ਜਿਸ ਦਾ ਨਕਸ਼ਾ ਜਿਹੜਾ ਬੁੱਧ ਵਿਹਾਰ ਦੀ ਤਰ੍ਹਾਂ ਹੈ। ਬੁੱਧ ਵਿਹਾਰ ਦੀ ਤਰ੍ਹਾਂ, ਬਹੁਤ ਵਾਰੀ ਇੰਪੋਰਟੈਂਟ ਕੁਐਸਚਨ ਆ। ਅਕਬਰ ਦੀ ਜਿਹੜੀ ਬਣਾਈ ਹੋਈ ਕਿਹੜੀ ਇਮਾਰਤ ਦਾ ਨਕਸ਼ਾ ਜਿਹੜਾ ਬੁੱਧ ਵਿਹਾਰ ਦੀ ਤਰ੍ਹਾਂ ਹੈ? ਉਹ ਹੈਗਾ ਜੀ ਪੰਚ ਮਹਿਲ, ਜਿਹੜਾ ਫਤਿਹਪੁਰ ਸੀਕਰੀ ਦੇ ਵਿੱਚ ਬਣਾਇਆ ਹੋਇਆ ਜੀ, ਠੀਕ ਹੈ ਨਾ। ਤਾਂ ਜਿਹੜਾ ਪੰਚ ਮਹਿਲ ਕਿੱਥੇ ਬਣਾਇਆ ਹੋਇਆ? ਫਤਿਹਪੁਰ ਸੀਕਰੀ ਦੇ ਵਿੱਚ। ਇਸ ਦਾ ਜਿਹੜਾ ਨਕਸ਼ਾ ਗਾ ਉਹ ਕਿਸ ਤਰ੍ਹਾਂ ਦਾ ਗਾ ਜੀ? ਇੱਕ ਬੁੱਧ ਵਿਹਾਰ ਦੀ ਤਰ੍ਹਾਂ ਗਾ। ਅਗਲਾ ਕੁਐਸਚਨ ਦੇਖਦੇ ਹਾਂ 53। ਅਕਬਰ ਨੇ ਸਭ ਤੋਂ ਪਹਿਲਾਂ ਵਿਆਹਕ ਸੰਬੰਧ ਜਿਸ ਰਾਜਪੂਤਾਂ ਨਾਲ ਸਥਾਪਿਤ ਕੀਤੇ ਉਹ ਹੈਗੇ ਸੀ ਕਸਵਾਹਾਂ ਨਾਲ। ਕਿਸ ਨੇ ਕੀਤਾ ਸੀ? ਕਸਵਾਹਾਂ, ਠੀਕ ਹੈ। ਅਤੇ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ ਕਸਵਾਹੂ, ਠੀਕ ਹੈ, ਕਸਵਾਹੂ, ਠੀਕ ਹੈ। ਜਿਹੜੇ ਸੰਬੰਧ ਸਥਾਪਿਤ ਕੀਤੇ ਸੀ ਵਿਆਹਕ ਸੰਬੰਧ ਰਾਜਪੂਤਾਂ ਨਾਲ, ਉਹ ਸੀ ਕਸਵਾਹੂ। ਕੁਐਸਚਨ ਨੰਬਰ 52 ਦੇਖਦੇ ਹਾਂ। ਉਹ ਇਤਿਹਾਸਕਾਰ ਜਿਸ ਨੇ ਅਕਬਰ ਦੁਆਰਾ ਪ੍ਰਤੀਪਾਦਿਤ ਦੀਨ-ਏ ਇਲਾਹੀ ਨੂੰ ਇੱਕ ਧਰਮ ਕਿਹਾ ਸੀ, ਠੀਕ ਹੈ ਨਹੀਂ। ਇਹ ਕਿਸ ਨੇ ਕਿਹਾ ਸੀਗਾ ਜੀ? ਅਬੁਲ ਫਜ਼ਲ ਨੇ। ਅਬੁਲ ਫਜ਼ਲ, ਠੀਕ ਹੈ, ਇਸ ਦਾ ਦਰਬਾਰੀ ਕਵੀ ਸੀ। ਉਹ ਇਤਿਹਾਸਕਾਰ ਕਿਹੜਾ ਸੀ ਜਿਸ ਨੇ ਅਕਬਰ ਦੁਆਰਾ ਪ੍ਰਤੀਪਾਦਿਤ ਦੀਨ-ਏ ਇਲਾਹੀ ਨੂੰ ਇੱਕ ਧਰਮ ਕਿਹਾ ਸੀ?
ਇਸ ਨੂੰ ਬੇਸ਼ੱਕ ਧਰਮ ਨਹੀਂ ਸੀ, ਪਰ ਉਸ ਨੂੰ ਧਰਮ ਕਿਹਾ ਸੀਗਾ। ਕਿਸ ਨੂੰ ਕਿਹਾ ਸੀਗਾ? ਦੀਨੇ ਇਲਾਹੀ ਨੂੰ। ਠੀਕ ਹੈ ਨਾ, ਨੰਬਰਿੰਗ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਹੋ ਗਈ, ਤਾਂ ਅੱਗੇ ਕਰਦੇ ਹਾਂ। ਕੁਐਸਚਨ ਨੰਬਰ 53 ਦੇਖਦੇ ਹਾਂ। ਅਕਬਰ ਦੁਆਰਾ ਅਪਣਾਈ ਗਈ ਸੁਲਹ ਕੁਲਾ ਸਰਵ ਸ਼ਾਂਤੀ ਅਤੇ ਭਾਈਚਾਰਾ ਆਧਾਰਿਤ ਹੈ। ਜਿਹੜੀ ਅਕਬਰ ਦੁਆਰਾ ਅਪਣਾਈ ਗਈ ਸੁਲਹ ਕੁਲਾ ਤੇ ਸਰਵ ਸ਼ਾਂਤੀ ਅਤੇ ਭਾਈਚਾਰਾ ਆਧਾਰਿਤ ਵਿਵਸਥਾ ਸੀ, ਉਹ ਕਿਸ ਤੇ ਆਧਾਰਿਤ ਸੀ? ਠੀਕ ਹੈ ਨਾ, ਉਹ ਕਿਸ ਤੇ ਆਧਾਰਿਤ ਸੀ? ਉਹ ਹੈਗੀ ਸੀ ਰਾਜਨੀਤਿਕ ਉਦਾਰਤਾ ਦੀ ਗੱਲ ਵੀ ਆਈ ਸੀ ਉਸ ਵਿੱਚ, ਧਾਰਮਿਕ ਸਹਿਨਸ਼ੀਲਤਾ ਦੀ ਗੱਲ ਵੀ ਕੀਤੀ ਗਈ ਸੀ, ਤੇ ਉਦਾਰਵਾਦੀ ਆਪਣੀ ਜਿਹੜੀ ਸੰਸਕ੍ਰਿਤ ਦ੍ਰਿਸ਼ਟੀਕੋਣ ਵੀ ਉਸ ਵਿੱਚ ਅਪਣਾਇਆ ਗਿਆ ਸੀ। ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਹੜਾ ਅਕਬਰ ਸੀ ਉਸ ਦੀ ਜਿਹੜੀ ਨੀਤੀ ਆ ਉਹ ਹਮੇਸ਼ਾ ਉਦਾਰਤਾ ਵਾਲੀ ਨੀਤੀ ਸੀ, ਇੱਕ ਜਿਸ ਦੀ ਸਿੱਖਾਂ ਨਾਲ ਵੀ ਜਿਹੜੇ ਮਿੱਤਰਤਾਪੂਰਨ ਸੰਬੰਧ ਰਹੇ ਨੇ। ਸੋ ਇਸ ਕਰਕੇ ਰਾਜਨੀਤਿਕ ਉਦਾਰਤਾ, ਧਾਰਮਿਕ ਸਹਿਨਸ਼ੀਲਤਾ ਤੇ ਉਦਾਰਵਾਦੀ ਸੰਸਕ੍ਰਿਤ ਦ੍ਰਿਸ਼ਟੀਕੋਣ ਸੀ ਉਹਦੇ ਵਿੱਚ। ਕੁਐਸਚਨ ਨੰਬਰ 54 ਦੇਖਦੇ ਹਾਂ। ਪ੍ਰਸਿੱਧ ਸੰਗੀਤਕਾਰ ਤਾਨਸੈਨ ਦਾ ਮਕਬਰਾ ਜਿਹੜਾ ਕਿੱਥੇ ਬਣਿਆ ਹੋਇਆ ਗਾ? ਤਾਨਸੈਨ ਜੀ ਉਹੀ ਆ ਜਿਹੜਾ ਇਸ 'ਤੇ ਨੌਰਤਨਾ ਵਿੱਚ ਸੀ। ਇਸ ਦਾ ਜਿਹੜਾ ਮਕਬਰਾ ਕਿੱਥੇ ਬਣਿਆ ਹੋਇਆ ਜੀ? ਗਵਾਲੀਅਰ ਦੇ ਵਿੱਚ। ਬਹੁਤ ਇੰਪੋਰਟੈਂਟ ਕੁਐਸਚਨ ਆ। ਕੁਐਸਚਨ ਨੰਬਰ 55 ਦੇਖਦੇ ਹਾਂ। ਅਕਬਰ ਦੇ ਸਮੇਂ ਮਹਾਭਾਰਤ ਦਾ ਫਾਰਸੀ ਵਿੱਚ ਅਨੁਵਾਦ ਕਿਸ ਦੇ ਨਿਰਦੇਸ਼ ਵਿੱਚ ਕੀਤਾ ਗਿਆ? ਅਕਬਰ ਦੇ ਸਮੇਂ ਜਿਹੜਾ ਸੀਗਾ ਮਹਾਭਾਰਤ ਦਾ ਫਾਰਸੀ ਦੇ ਵਿੱਚ ਜਿਹੜਾ ਅਨੁਵਾਦ ਆ ਕਿਸ ਦੇ ਨਿਰਦੇਸ਼, ਜੇਕਰ ਨਿਰਦੇਸ਼ ਪੁੱਛਿਆ ਜਾਵੇ, ਨਿਰਦੇਸ਼ਤ ਕਿਹਨੇ ਕੀਤਾ? ਫੈਜੀ ਦੁਆਰਾ ਜੀ। ਠੀਕ ਹੈ ਨਾ, ਜੇਕਰ ਨਿਰਦੇਸ਼ਤ ਪੁੱਛਿਆ ਜਾਂਦਾ ਫੈਜੀ ਦੁਆਰਾ, ਜੇਕਰ ਕੀਤਾ ਗਿਆ ਤਾਂ ਵਨਜੂਨੀ। ਠੀਕ ਹੈ, ਉਹ ਆਪਾਂ ਕੀਤਾ ਸੀ ਵਨਜੂਨੀ ਨੇ, ਪਰ ਜਿਹੜਾ ਨਿਰਦੇਸ਼ ਦੇ ਵਿੱਚ ਕੀਤਾ ਗਿਆ ਉਹ ਫੈਜੀ ਦੇ। ਠੀਕ ਹੈ, ਤੇ ਰਮਾਇਣ ਦਾ ਵੀ ਕੀਤਾ ਸੀ ਜਿਸ ਨੇ, ਵਨਜੂਨੀ ਨੇ। ਠੀਕ ਹੈ, ਤੇ ਕੁਐਸਚਨ ਨੰਬਰ 56 ਦੇਖਦੇ ਹਾਂ। ਅਕਬਰ ਦੁਆਰਾ ਬਣਾਈ ਗਈ ਸ੍ਰੇਸ਼ਟ ਇਮਾਰਤਾਂ ਹਨ। ਜਿਹੜੀਆਂ ਅਕਬਰ ਦੁਆਰਾ ਬਣਾਈਆਂ ਗਈਆਂ ਸ੍ਰੇਸ਼ਟ ਇਮਾਰਤਾਂ ਕਿੱਥੇ ਆ ਜੀ? ਉਹ ਫਤਿਹਪੁਰ ਸੀਕਰੀ ਦੇ ਵਿੱਚ ਨੇ। ਸਭ ਤੋਂ ਜ਼ਿਆਦਾ ਸ੍ਰੇਸ਼ਟ ਜਿਹੜੀਆਂ ਇਮਾਰਤਾਂ ਬਣਾਈਆਂ ਨੇ ਕਿੱਥੇ ਬਣਾਈਆਂ ਇਸ ਨੇ? ਫਤਿਹਪੁਰ ਸੀਕਰੀ ਦੇ ਵਿੱਚ। ਕੁਐਸਚਨ ਨੰਬਰ 57 ਦੇਖਦੇ ਹਾਂ। ਹਲਦੀ ਘਾਟੀ ਯੁੱਧ, ਹਲਦੀ ਘਾਟੀ ਦਾ ਜਿਹੜਾ ਯੁੱਧ ਹੋਇਆ ਸੀ 1556 ਦੇ ਵਿੱਚ ਦੇ ਪਿੱਛੇ ਅਕਬਰ ਦਾ ਜਿਹੜਾ ਮੁੱਖ ਉਦੇਸ਼ ਕੀ ਸੀ? ਆਪਾਂ ਪਿੱਛੇ ਵੀ ਗੱਲ ਕਰਕੇ ਆਏ ਵੀ 18 ਜੂਨ 1577 ਨੂੰ ਹਲਦੀ ਘਾਟੀ ਦਾ ਯੁੱਧ ਹੋਇਆ। ਉਹ ਕਿਸ ਨਾਲ ਕਿਸ ਵਿਚਕਾਰ ਹੋਇਆ ਸੀ? ਆਪਾਂ ਜਾਣਦੇ ਹਾਂ ਅਕਬਰ ਅਤੇ ਮਹਾਰਾਣਾ ਪ੍ਰਤਾਪ ਦੇ ਵਿੱਚ। ਉਹਦੇ ਵਿੱਚ ਮੁੱਖ ਉਦੇਸ਼ ਕੀ ਸੀ ਅਕਬਰ ਦਾ? ਮੁੱਖ ਉਦੇਸ਼ ਕੀ ਸੀ ਉਹਦੇ ਵਿੱਚ? ਮੁੱਖ ਉਦੇਸ਼ ਸੀਗਾ ਆਪਣਾ ਰਾਣਾ ਪ੍ਰਤਾਪ ਨੂੰ ਆਪਣੇ ਅਧੀਨ ਲਿਆਉਣਾ। ਠੀਕ ਹੈ ਨਾ, ਕੋਈ ਹੋਰ ਨਹੀਂ ਸੀ। ਇਸ ਰਾਣਾ ਪ੍ਰਤਾਪ ਨੂੰ ਜੋ ਕਿ ਉਸਦੀ ਅਧੀਨਤਾ ਨਹੀਂ ਮੰਨ ਰਿਹਾ ਸੀ, ਉਸਨੂੰ ਆਪਣੇ ਅਧੀਨ ਲਿਆਉਣਾ ਸੀ। ਠੀਕ ਹੈ, ਕੁਐਸਚਨ ਨੰਬਰ 58 ਦੇਖਦੇ ਹਾਂ। ਮੁਗਲ ਸਮਰਾਟ ਅਕਬਰ ਦੇ ਸਮੇਂ ਦਾ ਪ੍ਰਸਿੱਧ ਚਿੱਤਰਕਾਰ ਸੀ। ਅਕਬਰ ਦੇ ਸਮੇਂ ਦੇ ਕੁਝ ਚਿੱਤਰਕਾਰ ਸੀ ਜਿਨ੍ਹਾਂ ਬਾਰੇ ਆਪਾਂ ਅੱਗੇ ਵੀ ਗੱਲ ਕਰਾਂਗੇ। ਸਭ ਤੋਂ ਪ੍ਰਸਿੱਧ ਚਿੱਤਰਕਾਰ ਕਿਹੜਾ ਸੀਗਾ? ਦਸਵੰਤ। ਕੌਣ ਸੀਗਾ ਜੀ? ਦਸਾਵੰਤ। ਅਕਬਰ ਦੇ ਸ਼ਾਸਨ ਕਾਲ ਵਿੱਚ ਪੁਨਰਗਠਿਤ ਕੇਂਦਰੀ ਪ੍ਰਸ਼ਾਸਨ ਤੰਤਰ ਦੇ ਅਧੀਨ ਸੈਨਿਕ ਵਿਭਾਗ ਦਾ ਮੁਖੀ ਕੀ ਅਖਵਾਉਂਦਾ ਸੀ? ਜਿਹੜਾ ਸੈਨਿਕ ਵਿਭਾਗ ਦਾ ਮੁਖੀ ਨੂੰ ਕੀ ਕਹਿੰਦੇ ਸੀ? ਕੁਐਸਚਨ ਨੰਬਰ 59 ਦੇ ਵਿੱਚ ਉਸ ਨੂੰ ਕੀ ਕਹਿੰਦੇ ਸੀਗੇ ਜੀ? ਮੀਰ ਬਖਸ਼ੀ। ਸੈਨਿਕ ਆਪਣਾ ਸੈਨਾ ਪ੍ਰਮੁੱਖ ਵੀ ਕਹਿ ਸਕਦੇ ਹਾਂ ਜੀ, ਸੈਨਾ ਵਿਭਾਗ ਦਾ ਮੁਖੀ ਕਹਿ ਸਕਦੇ ਹਾਂ। ਠੀਕ ਹੈ, ਤੇ ਇਸ ਨੂੰ ਕੀ ਕਹਿੰਦੇ ਸੀ? ਮੀਰ ਬਖਸ਼ੀ। ਕੁਐਸਚਨ ਨੰਬਰ 60 ਦੇਖਦੇ ਹਾਂ। ਸਮਿਥ ਨੇ ਅਕਬਰ ਦੇ ਅਭਿਆਨ ਨੂੰ ਇਤਿਹਾਸਕ ਦੂਤਰਗਾਮੀ ਕਿਹਾ ਹੈ। ਕਿਹੜੇ ਅਭਿਆਨ ਨੂੰ ਦੂਤਰਗਾਮੀ ਕਿਹਾ ਵੀ ਅਗਲੀਆਂ ਜਿਹੜਾ ਜਿੱਤਾਂ ਦਾ ਇਹ ਜਿਹੜਾ ਬੇਸ ਬਣੇਗਾ? ਤਾਂ ਉਹ ਕਿਹੜਾ ਸੀ ਜੀ? ਗੁਜਰਾਤ ਦੀ ਜਿੱਤ ਜਾਂ ਗੁਜਰਾਤ ਦੀ ਮੁਹਿੰਮ, ਜਿਹੜੀ ਕਿ ਆਪਣਾ 1572 ਦੇ ਵਿੱਚ ਅਕਬਰ ਨੇ ਜਿੱਤੀ ਸੀ। ਕੁਐਸਚਨ ਨੰਬਰ 61 ਦੇਖਦੇ ਹਾਂ। ਅਕਬਰ ਦਾ ਨਵਰਤਨ ਵੀਰਬਲ ਮਾਰਿਆ ਗਿਆ। ਜਿਹੜਾ ਅਕਬਰ ਦਾ ਨੌ ਰਤਨਾਂ ਦੇ ਵਿੱਚੋਂ ਸੀਗਾ ਵੀਰਬਲ। ਠੀਕ ਆ, ਉਹ ਕਿਹੜੇ ਅਭਿਆਨ ਦੇ ਵਿੱਚ, ਕਿਹੜੀ ਲੜਾਈ ਦੇ ਵਿੱਚ ਮਾਰਿਆ ਗਿਆ ਸੀ? ਉਹ ਜੀ ਯੂਸਫ ਜਾਈ ਜਾਤੀ ਸੀ, ਉਸ ਦੇ ਵਿਦਰੋਹ ਨੂੰ ਦਬਾ ਰਿਹਾ ਸੀ, ਤੇ ਉਸ ਵਿੱਚ ਉਹਦੀ ਅਚਾਨਕ ਮੌਤ ਹੋ ਜਾਂਦੀ, ਜਿਸ ਦਾ ਜਿਹੜਾ ਅਕਬਰ ਨੂੰ ਬਹੁਤ ਹੀ ਜ਼ਿਆਦਾ ਦੁੱਖ ਲੱਗਿਆ ਸੀ। ਯੂਸਫ ਜਾਈ ਵਿਦਰੋਹ ਵਿੱਚ ਮਾਰਿਆ ਗਿਆ ਸੀਗਾ। ਕੁਐਸਚਨ ਨੰਬਰ 62 ਦੇਖਦੇ ਹਾਂ। ਸੂਬਿਆਂ ਦਾ ਪੁਨਰਗਠਿਤ, ਜਿਹੜਾ ਸੂਬਿਆਂ ਦਾ ਪੁਨਰਗਠਨ ਕਦੋਂ ਕੀਤਾ ਗਿਆ ਜੀ? 1580 ਦੇ ਵਿੱਚ। ਕਦੋਂ ਕੀਤਾ ਜੀ? 1580 ਦੇ ਵਿੱਚ ਸੂਬਿਆਂ ਦਾ ਜਿਹੜਾ ਪੁਨਰਗਠਨ, ਕਹਿਣ ਦਾ ਭਾਵ ਦੁਬਾਰਾ ਜਿਹੜਾ ਨਿਰਮਾਣ ਕੀਤਾ ਗਿਆ, ਕਦੋਂ ਕੀਤਾ ਗਿਆ ਸੀ? 1580 ਦੇ ਵਿੱਚ। ਜਿਹੜਾ ਅਕਬਰ ਦੇ ਸੂਬਿਆਂ ਦੀ ਗਿਣਤੀ ਕਿੰਨੀ ਸੀ? 15 ਜੀ। ਅੱਗੇ ਆਪਾਂ ਕਰਾਂਗੇ। ਕਿਸ ਇਤਿਹਾਸਕਾਰ ਨੇ ਅਕਬਰ ਨੂੰ ਇਸਲਾਮ ਵਿਰੋਧੀ ਕਿਹਾ ਸੀ? ਕਿਸ ਇਤਿਹਾਸਕਾਰ ਨੇ ਅਕਬਰ ਨੂੰ ਇਸਲਾਮ ਵਿਰੋਧੀ ਕਿਹਾ ਸੀ? ਉਹ ਹੈਗਾ ਸੀ ਵਦਾਜੋਨੀ। ਠੀਕ ਹੈ ਨਾ, ਇਸ ਨੇ ਕੀ ਕਿਹਾ ਸੀ ਅਕਬਰ ਨੂੰ? ਇਸਲਾਮ ਵਿਰੋਧੀ। ਠੀਕ ਹੈ ਨਾ, ਇਸਲਾਮ ਵਿਰੋਧੀ ਮੰਨਿਆ ਵੀ ਇਹ ਸਾਰਾ ਕੰਮ ਜਿਹੜਾ ਇਸਲਾਮ ਦੇ ਵਿਰੁੱਧ ਕਰ ਰਿਹਾ। ਇਸਲਾਮ ਵਿਰੋਧੀ ਆਰੋਪਾਂ ਦੀ ਜਿਹੜੀ ਲਿਸਟ ਤਿਆਰ ਕੀਤੀ ਸੀ ਉਹ ਵਦਾਜੋਨੀ ਨੇ ਅਕਬਰ ਦੇ ਵਿਰੁੱਧ ਕੀਤੀ ਸੀ। ਕੁਐਸਚਨ ਨੰਬਰ 64 ਦੇਖਦੇ ਹਾਂ। ਅਕਬਰ ਨੇ ਕਵੀ ਰਾਜ ਦੀ ਉਪਾਧੀ ਦਿੱਤੀ ਸੀ। ਜਿਹੜਾ ਅਕਬਰ ਨੇ ਕਵੀ ਰਾਜ ਦੀ ਉਪਾਧੀ ਕਿਸ ਨੂੰ ਦਿੱਤੀ ਆ? ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ, ਵੈਰੀ ਵੀਰਬਲ ਨੂੰ ਦਿੱਤੀ ਸੀ ਕਵੀ ਰਾਜ ਦੀ ਉਪਾਧੀ। 10 ਸਾਲਾ ਬੰਦੋਬਸਤ ਜਿਹੜਾ ਸੰਬੰਧਿਤ ਹੈ, ਜਿਹੜਾ 10 ਸਾਲਾ ਬੰਦੋਬਸਤ ਕਿਸ ਨਾਲ ਸੰਬੰਧਿਤ ਸੀਗਾ ਜੀ? ਟੋਡਰਮੱਲ। ਜਿਹੜਾ ਟੋਡਰਮੱਲ, ਜਿੱਥੇ ਵੀ ਭੂਮੀ ਨਾਲ ਸੰਬੰਧੀ ਕੋਈ ਗੱਲ ਆਉਂਦੀ ਆ ਤਾਂ ਉਹ ਆਮ ਤੌਰ 'ਤੇ ਟੋਡਰਮੱਲ ਹੀ ਜਿਹੜਾ ਉਹਦਾ ਆਨਸਰ ਆਊਗਾ।
क्वेश्चन नंबर 66 देखते हैं, अकबर ने कंठ भरन बनी विलास की उपाधि दी किसनूं दित्ती सी? तानसेन नूं। ये उपाधि भी याद रखने वाली गल है जी। अकबर ने जिहड़ी कंठ भरन की जिहड़ी उपाधि दित्ती है किसनूं दित्ती सी? अपना तानसेन नूं। क्वेश्चन नंबर 67 देखते हैं, अकबर नूं जिले इलाही खुदा दी परसाई ਅਤੇ ਫਰਦੇ ਇਜ਼ਤੀ खुदा तो निकलने वाली रोशनी भाव किसने कहा सी? ठीक है, अकबर नूं जिले इलाही का मतलब हुंदा खुदा दी परसाई ਅਤੇ फरदे इज्जती का मतलब हुंदा खुदा तो निकलने वाली रोशनी। ये किसने कहा सी? ये कहा सी जी उसका जिहड़ा दरबारी कवि सी अवल फजल जिहड़ा उसके 9 रत्न दे विचों एक सीगा जी। क्वेश्चन नंबर 68 देखते हैं, दीवाने वजारत एक कुल नामक नਵੇਂ पद की जिहड़ी स्थापना किसने की सी? एक नवीं पदवी की शुरुआत दीवाने वजारत की किसने की सी जी? ये की सी अकबर द्वारा की गई सी। क्वेश्चन नंबर 69 देखते हैं, अकबर समय मुगल सूबियां की संख्या जी कितनी सी? ठीक है, पहला भी आप डिस्कस कर चुके हैं, ये जरूरत नहीं। 15। अकबरनामा रचित है, अकबरनामा की जी रचना किसने की? अवल फजल ने की, जां जिसनूं असीं ऐने अकबरी कह सकते हैं। ठीक है, जिसका वर्ण जिहड़ा अकबरनामा के तीजे खंड दे विच है जी। अगे आपां गल करांगे। क्वेश्चन नंबर 71 देखते हैं, प्रसिद्ध जैन आचार्य जिसनूं अकबर ने बहुत ही सन्मानित किया। जिहड़ा प्रसिद्ध जैन आचार्य सी जिसनूं अकबर ने बहुत ज़्यादा सन्मानित किया सी, वो कौन सीगा? हरिविजय सूरी। कौन सीगा जी? हरिविजय सूरी। बहुत ही ज़्यादा महत्वपूर्ण प्रश्न है जी। ठीक है, कि अपना हरिविजय सूरी जिसनूं अकबर ने जगत गुरु की जिहड़ी उपाधि दी हुई सी, किसकी उपाधि दी हुई सी जी? जगत गुरु की। याद रख सकते हो, जगत गुरु की उपाधि किसनूं दी हुई सी? हरिविजय सूरी नूं, जगत गुरु। क्वेश्चन नंबर 72 देखते हैं, अकबर के दरबार के चित्रकार किहड़े-किहड़े सी? जिहड़े महत्वपूर्ण चित्रकार सी दसवंत, अब्दुलसमद ते वसावन। ठीक है, इस अकबर के दरबार के प्रसिद्ध चित्रकार सी। ठीक है ना। क्वेश्चन नंबर 73 देखते हैं, अकबर के दरबार का सलेहकार का नाम जिसने जरी कलम जां स्वर्ण कलम की उपाधि धारण की सी? जरी कलम जां स्वर्ण कलम की उपाधि धारण की किसने की सी? मुहम्मद हुसैन ने। किसने की सी? जरी कलम की उपाधि किहने धारण की सी? मुहम्मद हुसैन ने। यह बहुत ही ज़्यादा महत्वपूर्ण प्रश्न है। जरी कलम की उपाधि या स्वर्ण कलम की उपाधि धारण करना जिहड़ा बहुत ही सुंदर लिखता वो कौन सी? मुहम्मद हुसैन। ठीक है, हुसैन याद रखियो, बहुत ज़्यादा सुंदर हुसैन लिखाई लिखता सी। ठीक है ना। क्वेश्चन नंबर 74 देखना, अब्दुल रहीम खाना ने बाबर की आत्मकथा का फारसी भाषा में अनुवाद किस समय किया सीगा? बाबर ने एक अपनी आत्मकथा लिखी तुझ के बाबरी। ठीक है ना, जिसनूं आपां बाबरनामा बोलते हैं, तो उसका जिहड़ा अनुवाद किस समय में कीता सी? वो कीता सीगा जी अकबर के समय दे विच। उत्थे बाबर ना ला दिओ। ठीक है, क्योंकि जिहड़ा आपां याद रखांगे जिहड़ा अनुवाद विभाग शब्द कीता सी अकबर ने कीता सीगा। क्वेश्चन नंबर 75 देखते हैं, मुगल वंश का तीजा शासक तुसीं सारे जानते हो अकबर, क्योंकि जिहड़ा पहला सीगा बाबर, दूसरा हिमांशु, तीसरा अकबर। ठीक है। क्वेश्चन नंबर 76 देखते हैं, बादशाह गाजी की उपाधि धारण की। ठीक है, इत्थे वैसे अपना बाबर नाल संबंधित क्वेश्चन आ गया, तो बाबर ने की सी, जहांगीर ने की सी ते औरंगजेब ने की सी। क्वेश्चन नंबर 77 देखते हैं, हेमू की सीगा? मुहम्मद आदिल शाह दा सेनापति सी। हेमू कौन सीगा? हेमू वही हिंदू शासक जो कि पानीपत की दूजी लड़ाई दे विच 5 नवंबर 1556 नूं जिहड़ा अकबर तो हारिया सीगा। ठीक है। क्वेश्चन नंबर 78 देखते हैं, अकबर ने हरमदल जिहड़ा वा पिछे गल कीती आ, पेटीकोटा सरकार का प्रभाव है जिहड़ा वही इत्थे दोबारा रिपीट हो गया। उसका जिहड़ा प्रभाव तो मुक्त कदों होया? 1564 दे विच पूरी तरह ये उसके प्रभाव तो मुक्त हो गया सी। ठीक है, अपना हरमदल तो। ठीक है ना, या पेटीकोटा सरकार जां परदा शासन सरकार कह सकते हैं। क्वेश्चन नंबर 79 देखते हैं, अकबर ने फतेहपुर सीकरी राजधानी बनाया सी। फतेहपुर सीकरी राजधानी कदों बनाया जी अकबर ने? 1571 दे विच बनाया जी। ठीक है ना, फतेहपुर सीकरी अपनी राजधानी कदों बनाया? 1571 दे विच बनाया सी अपना अकबर ने। क्वेश्चन नंबर 80 देखते हैं, शेख सलीम चिश्ती का समकाली कौन सी? शेख सलीम चिश्ती। ठीक है ना, तो बहुत ही ज़्यादा इंपॉर्टेंट आ। शेख सलीम चिश्ती दरगाह ते बहुत जाया करता सी। इसने अपने पुत्र का नाम जहांगीर का नाम भी
ਸਲੀਮ ਰੱਖਿਆ ਸੀ, ਉਸ ਦੇ ਨਾਂ 'ਤੇ ਰੱਖਿਆ ਸੀ। ਤਾਂ ਜਿਹੜਾ ਇਸ ਕਿਸੇ ਦਾ ਸਮਕਾਲੀ ਸੀ, ਅਕਬਰ ਦਾ ਸਮਕਾਲੀ ਸੀ। ਹਲਦੀ ਘਾਟੀ ਦਾ ਯੁੱਧ ਜਿਹੜਾ ਹੋਇਆ ਸੀਗਾ ਮੁਗਲਾਂ ਤੇ ਰਾਜਪੂਤਾਂ, ਠੀਕ ਆ, ਆਪਾਂ ਪਿੱਛੇ ਵੀ ਗੱਲ ਕਰ ਚੁੱਕੇ ਹਾਂ। ਹਲਦੀ ਘਾਟੀ ਦਾ ਯੁੱਧ ਜੇਕਰ ਕਈ ਵਾਰੀ ਪੁੱਛ ਲੈਂਦੇ ਕਿਹਨਾਂ ਵਿੱਚ ਹੋਇਆ, ਮੁਗਲਾਂ ਤੇ ਰਾਜਪੂਤਾਂ ਦੇ ਵਿੱਚ, ਠੀਕ ਆ। ਅਗਵਾਈ ਕਿਹਨਾਂ ਨੇ ਕੀਤੀ ਆਪਾਂ ਪਿੱਛੇ ਕਰ ਚੁੱਕੇ ਹਾਂ ਜੀ। ਕੁਐਸਚਨ ਨੰਬਰ 82 ਦੇਖਦੇ ਹਾਂ। ਇਬਾਦਤ ਖਾਨਾ 1575 ਨੂੰ ਧਰਮ ਸੰਸਦ ਵਿੱਚ ਬਦਲਿਆ ਗਿਆ। ਇਹ ਕਦੋਂ ਬਦਲਿਆ ਜੀ? ਧਰਮ ਸੰਸਦ ਵਿੱਚ ਇਹ ਬਦਲਿਆ ਸੀ 1578 ਦੇ ਵਿੱਚ। ਇਬਾਦਤ ਖਾਨਾ ਬਣਿਆ ਕਦੋਂ ਸੀ? 1575 ਦੇ ਵਿੱਚ। ਇਸ ਨੂੰ ਧਰਮ ਸੰਸਦ ਵਿੱਚ ਕਦੋਂ ਬਦਲਿਆ? 1578 ਦੇ ਵਿੱਚ। ਕੁਐਸਚਨ ਨੰਬਰ 83 ਦੇਖਦੇ ਹਾਂ। ਅਕਬਰ ਦਫਨਾਇਆ ਗਿਆ, ਅਕਬਰ ਨੂੰ ਕਿੱਥੇ ਦਫਨਾਇਆ ਗਿਆ ਸੀ? ਸਿਕੰਦਰਾਬਾਦ ਦੇ ਵਿੱਚ। ਜਿਹੜਾ ਅਕਬਰ ਦਾ ਮਕਬਰਾ ਵੀ ਉੱਥੇ ਆ, ਸਿਕੰਦਰਾਬਾਦ ਦੇ ਵਿੱਚ, ਜਿਹੜਾ ਕਿ ਅੱਗੇ ਜਾ ਕੇ ਇਸ ਦੇ ਪੁੱਤਰ ਜਹਾਂਗੀਰ ਨੇ ਬਣਾਇਆ ਸੀਗਾ ਜੀ। ਕੁਐਸਚਨ ਨੰਬਰ 84 ਦੇਖਦੇ ਹਾਂ। ਹਿੰਦੀ ਸਾਹਿਤ ਦਾ ਸੁਨਹਿਰੀ ਕਾਲ, ਹਿੰਦੀ ਕਾਲ ਦਾ ਸੁਨਹਿਰੀ ਕਾਲ ਕਿਸ ਦੇ ਸਮੇਂ ਨੂੰ ਕਿਹਾ ਜਾਂਦਾ ਗਾ? ਤਾਂ ਕਿਹਾ ਜਾਂਦਾ ਜੀ ਅਕਬਰ ਦੇ ਸਮੇਂ ਨੂੰ। ਹਿੰਦੀ ਕਾਲ ਦਾ ਸੁਨਹਿਰੀ ਕਾਲ ਕਿਸ ਦੇ ਸਮੇਂ ਨੂੰ ਕਿਹਾ ਜਾਂਦਾ ਜੀ? ਅਕਬਰ ਦੇ ਸਮੇਂ ਨੂੰ ਕਿਹਾ ਜਾਂਦਾ ਹੈ। ਹਿੰਦੀ ਦਾ ਜੇਕਰ ਪ੍ਰਸਿੱਧ ਕਵੀ ਪੁੱਛਿਆ ਜਾਂਦਾ ਉਹ ਹੈਗਾ ਸੀ ਅਬਦੁਰ ਰਹੀਮ, ਠੀਕ ਹੈ ਨਾ, ਜੋ ਕਿ ਬੈਰਮ ਖਾਨ ਦਾ ਪੁੱਤਰ ਸੀਗਾ। ਕੁਐਸਚਨ ਨੰਬਰ 85 ਕਰਦੇ ਹਾਂ। ਤਾਨਸੇਨ ਦਾ ਅਸਲੀ ਨਾਂ ਕੀ ਸੀ? ਤਾਨਸੇਨ ਜੋ ਕਿ ਇਸ ਦਾ 9 ਰਤਨਾਂ ਵਿੱਚ ਹਾਸਿਲ ਸੀ, ਉਸ ਦਾ ਜਿਹੜਾ ਮੁੱਢਲਾ ਨਾਂ ਕੀ ਸੀ? ਰਾਮਾਤਨੂ ਪਾਂਡੇ। ਰਾਮਾਤਨੂ ਪਾਂਡੇ, ਯਾਦ ਰੱਖਣਾ ਜੀ, ਬਹੁਤ ਇੰਪੋਰਟੈਂਟ ਆ। ਰਾਮਾਤਨੂ ਪਾਂਡੇ, ਠੀਕ ਹੈ ਨਾ, ਰਾਮਾਤਨੂ ਪਾਂਡੇ, ਇੱਥੇ ਕਰ ਸਕਦੇ ਹੋ। ਕੁਐਸਚਨ ਨੰਬਰ 86 ਦੀਆਂ। ਰਾਣਾ ਪ੍ਰਤਾਪ ਦਾ ਪੁੱਤਰ, ਜਿਹੜਾ ਮਹਾਰਾਣਾ ਪ੍ਰਤਾਪ ਦਾ ਪੁੱਤਰ ਕੌਣ ਸੀ? ਉਦੇ ਸਿੰਘ। ਮਹਾਰਾਣਾ ਪ੍ਰਤਾਪ ਦਾ ਪੁੱਤਰ ਕੌਣ ਸੀਗਾ ਜੀ? ਉਦੇ ਸਿੰਘ, ਠੀਕ ਹੈ ਨਾ। ਗੁਜਰਾਤ ਦੀ ਪੂਰਨ ਰੂਪ ਵਿੱਚ ਜਿੱਤ ਤੋਂ ਬਾਅਦ ਅਕਬਰ ਨੇ ਉੱਥੇ ਦਾ ਗਵਰਨਰ ਨਿਯੁਕਤ ਕੀਤਾ ਸੀ। ਯਾਦ ਰੱਖਣ ਵਾਲਾ ਕੁਐਸਚਨ ਹੈ ਜੀ। ਗੁਜਰਾਤ ਦੀ ਜਦੋਂ ਉਸਨੇ ਪੂਰਨ ਰੂਪ ਵਿੱਚ ਗੁਜਰਾਤ ਨੂੰ ਜਿੱਤਿਆ 1572 ਦੇ ਵਿੱਚ, ਤਾਂ ਉਸਨੇ ਉੱਥੋਂ ਦਾ ਗਵਰਨਰ ਨਿਯੁਕਤ ਕਿਸ ਨੂੰ ਕੀਤਾ? ਅਜੀਜ਼ ਕੋਕਾ ਨੂੰ। ਕਿਸ ਨੂੰ ਕੀਤਾ ਸੀ ਜੀ? ਅਜੀਜ਼ ਕੋਕਾ ਨੂੰ। ਕੁਐਸਚਨ ਨੰਬਰ 88 ਦੇਖਦੇ ਹਾਂ। ਅਕਬਰ ਦੀ ਮੌਤ, ਅਕਬਰ ਦੀ ਮੌਤ ਜਿਹੜੀ ਉਹ ਕਿਸ ਬਿਮਾਰੀ ਨਾਲ ਹੋਈ? ਪੇਚਸ, ਠੀਕ ਹੈ, ਜਾਂ ਡਾਇਰੀਆ ਆਪਾਂ ਬੋਲਦੇ ਹਾਂ। ਪੇਚਸ ਦੀ ਬਿਮਾਰੀ ਨਾਲ, ਕਈ ਵਾਰੀ ਆਪਾਂ ਕਹਿੰਦੇ ਡਾਇਰੀਆ ਲਿਖ ਦਿੰਦੇ ਹਾਂ ਇੱਥੇ, ਠੀਕ ਹੈ। ਤਾਂ 27 ਅਕਤੂਬਰ 1605 ਨੂੰ ਹੋਈ ਜੀ, ਠੀਕ ਹੈ ਨਾ। ਕੁਐਸਚਨ ਨੰਬਰ 89 ਦੇਖਦੇ ਹਾਂ। ਅਬਦੁਰ ਰਹੀਮ ਖਾਨ ਖਾਨਾ ਦੀ ਉਪਾਧੀ ਮਿਲੀ, ਜਿਹੜੀ ਅਬਦੁਰ ਰਹੀਮ ਖਾਨ ਖਾਨਾ ਦੀ ਨੂੰ, ਜਿਹੜੀ ਅਬਦੁਰ ਰਹੀਮ ਨੂੰ ਖਾਨ ਖਾਨਾ ਦੀ ਉਪਾਧੀ ਇੱਥੇ ਆਪਾਂ ਯਾਦ ਰੱਖਣਾ ਕਦੋਂ ਮਿਲੀ ਸੀ? 1584 ਦੇ ਵਿੱਚ। ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ ਇਸ ਬਾਰੇ, ਠੀਕ ਹੈ ਨਾ। ਚਾਂਦ ਬੀਬੀ ਨੂੰ ਕਿਸ ਲੜਾਈ ਵਿੱਚ ਮੁਗਲਾਂ ਦਾ ਸਾਹਮਣਾ ਕਰਨਾ ਪਿਆ ਸੀ? ਚਾਂਦ ਬੀਬੀ ਜੀ ਕਿੱਥੋਂ ਨਾਲ ਸੰਬੰਧਿਤ ਸੀ ਜੀ? ਇਹ ਅਹਿਮਦਨਗਰ ਨਾਲ ਸੰਬੰਧਿਤ ਸੀ, ਚਾਂਦ ਬੀਬੀ, ਠੀਕ ਹੈ ਨਾ। ਤਾਂ ਚਾਂਦ ਬੀਬੀ ਨੂੰ ਕਿਸ ਲੜਾਈ ਵਿੱਚ ਮੁਗਲਾਂ ਦਾ ਸਾਹਮਣਾ ਕਰਨਾ ਪਿਆ ਸੀ? ਅਹਿਮਦਨਗਰ ਦੀ ਲੜਾਈ ਦੇ ਵਿੱਚ ਜੀ। ਕੁਐਸਚਨ ਨੰਬਰ 91 ਦੇਖਦੇ ਹਾਂ। ਅਕਬਰ ਨੇ ਆਪਣੇ ਮਤਰੇਏ ਭਰਾ ਮਿਰਜ਼ਾ ਮੁਹੰਮਦ ਹਕੀਮ ਦੀ ਮੌਤ ਤੋਂ ਬਾਅਦ ਕਾਬਲ ਨੂੰ ਮੁਗਲ ਸਾਮਰਾਜ ਵਿੱਚ ਸ਼ਾਮਲ ਕੀਤਾ। ਕਦੋਂ ਕੀਤਾ ਸੀ ਜੀ? 1585 ਦੇ ਵਿੱਚ। ਜਿਹੜਾ ਕਾਬਲ ਤੇ ਇਸ ਦੇ ਜਿਹੜੇ ਆਪਣਾ ਮਤਰੇਏ ਭਰਾ ਮਿਰਜ਼ਾ ਮੁਹੰਮਦ ਹਕੀਮ ਦਾ ਅਧਿਕਾਰ ਸੀ, ਉਸ ਨੂੰ ਜਿਹੜਾ ਮੁਗਲ ਸਾਮਰਾਜ ਵਿੱਚ ਸ਼ਾਮਲ ਕਦੋਂ ਕੀਤਾ? 1585 ਦੇ ਵਿੱਚ ਹੀ। ਜੈਮਲ ਅਤੇ ਫਤਿਹ ਦੋ ਪ੍ਰਸਿੱਧ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਜੀ। ਕੌਣ ਸੀ ਇਹ? ਰਾਜਪੂਤ ਸਨ, ਰਾਜਪੂਤ ਸਨ, ਜੋ ਕਿ ਮੇਵਾੜ ਦੀ ਜਿੱਤ ਵਿੱਚ ਅਕਬਰ ਦਾ ਕਾਫੀ ਜ਼ਿਆਦਾ ਸਹਿਯੋਗ ਦਿੱਤਾ ਸੀ ਇਹਨਾਂ ਨੇ। ਕੁਐਸਚਨ ਨੰਬਰ 93 ਤੇ ਅਕਬਰ ਨੂੰ ਭਾਰਤੀ ਰਾਸ਼ਟਰਵਾਦ ਦਾ ਪਿਤਾ ਕਿਸ ਸ਼ਖਸੀਅਤ ਨੇ ਕਿਹਾ ਸੀ? ਜਿਹੜਾ ਅਕਬਰ ਨੂੰ ਭਾਰਤੀ ਰਾਸ਼ਟਰਵਾਦ ਦਾ ਪਿਤਾ ਕਿਹੜੀ ਸ਼ਖਸੀਅਤ ਨੇ ਕਿਹਾ ਸੀ? ਕਿਹਾ ਸੀ ਜੀ ਆ ਪੰਡਿਤ ਜਵਾਹਰ ਲਾਲ ਨਹਿਰੂ ਨੇ। ਪੰਡਿਤ ਜਵਾਹਰ ਲਾਲ ਨਹਿਰੂ ਜੋ ਕਿ ਸਾਡੇ ਦੇਸ਼ ਦੇ ਪਹਿਲੇ ਆਪਣੇ PM ਸਨ। ਕੁਐਸਚਨ ਨੰਬਰ 94 ਦੇਖਦੇ ਮਨਸਬਦਾਰੀ ਪ੍ਰਣਾਲੀ 1571 ਦੀ ਸਥਾਪਨਾ ਕੀਤੀ ਹੈ। ਜਿਹੜੀ ਮਨਸਬਦਾਰੀ ਪ੍ਰਥਾ ਕਦੋਂ ਸ਼ੁਰੂ ਕੀਤੀ ਹੈ? ਇੱਦਾਂ ਵੀ ਪੁੱਛਿਆ ਜਾ ਸਕਦਾ। ਤੇ ਕਿਸ ਨੇ ਕੀਤੀ ਆ? ਅਕਬਰ ਦੀ ਜਿਹੜੀ ਸ਼ੁਰੂ ਕੀਤੀ ਆ 1571 ਦੇ ਵਿੱਚ ਹੀ। ਕੁਐਸਚਨ ਨੰਬਰ 95 ਦੇਖਿਆ। ਸਿੱਖਾਂ ਦੇ ਤੀਸਰੇ ਗੁਰੂ, ਸਿੱਖਾਂ ਦੇ ਤੀਸਰੇ ਗੁਰੂ ਕੌਣ ਸੀ? ਇਸ ਨੂੰ ਪਤਾ ਹੈ ਜੀ, ਅਮਰਦਾਸ ਜੀ। ਸਿੱਖਾਂ ਦੇ ਤੀਸਰੇ ਗੁਰੂ ਅਮਰਦਾਸ ਦੀ ਇੱਕ ਪੁੱਤਰੀ ਸੀ ਬੀਬੀ ਭਾਨੀ, ਠੀਕ ਆ। ਬੀਬੀ ਭਾਨੀ ਜੀ ਨੂੰ ਕਿੰਨੇ ਵਿਗੇ ਜਿਹੜੀ ਜ਼ਮੀਨ ਆ ਜਿਹੜੀ ਉਹ ਦਾਨ ਕੀਤੀ ਸੀ? ਉਹ ਕੀਤੀ ਸੀ 500 ਵਿਗਾ ਜ਼ਮੀਨ, ਠੀਕ ਆ। ਜਿੱਥੇ ਅੱਜ ਕੱਲ੍ਹ ਹਰਿਮੰਦਰ ਸਾਹਿਬ ਬਣਿਆ ਹੋਇਆ, ਉੱਥੇ ਜਿਹੜੀ ਜ਼ਮੀਨ ਦਾਨ ਕੀਤੀ ਆ ਉਹ ਕੀਤੀ ਸੀ ਬੀਬੀ ਭਾਨੀ ਨੂੰ। ਕਿਸ ਨੇ ਕੀਤੀ ਸੀ? ਆਪਣੇ ਅਕਬਰ ਨੇ ਕੀਤੀ ਸੀ, ਠੀਕ ਹੈ ਨਾ। ਅਤੇ ਅੱਜ ਅਸੀਂ ਫਿਰ ਵੀ ਧਰਮਾਂ ਦੇ ਆਧਾਰ 'ਤੇ ਝਗੜੇ ਕਰਦੇ ਹਾਂ, ਪਰ ਕੀ ਆ ਜਦਕਿ ਜਿਹੜੀ ਜ਼ਮੀਨ ਆ ਸਿੱਖਾਂ ਦੇ ਜਿਹੜੇ ਤੀਸਰੇ ਗੁਰੂ ਅਮਰਦਾਸ ਜੀ ਦੀ ਪੁੱਤਰੀ ਬੀਬੀ ਭਾਨੀ ਨੂੰ ਅਕਬਰ ਜੀ ਨੇ ਦਾਨ ਕੀਤੀ ਸੀ, ਠੀਕ ਹੈ ਨਾ। ਕੁਐਸਚਨ ਨੰਬਰ 96 ਦੇਖਿਆ। ਸਿਕੰਦਰਾ ਦਾ ਮਕਬਰਾ ਜਿੱਥੇ
ਅਕਬਰ ਨੂੰ ਦਫਨਾਇਆ ਗਿਆ ਕਿਸ ਮੁਗਲ ਸ਼ਾਸਕ ਦੁਆਰਾ ਬਣਾਇਆ ਗਿਆ ਸੀ ਜੀ। ਠੀਕ ਹੈ ਨਾ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਜਿਹੜਾ ਸਿਕੰਦਰਾ ਦਾ ਮਕਬਰਾ ਜਿੱਥੇ ਅਕਬਰ ਨੂੰ ਦਫਨਾਇਆ ਗਿਆ ਉਹ ਕਿਸ ਨੇ ਬਣਾਇਆ ਸੀ ਜੀ, ਉਹ ਬਣਾਇਆ ਸੀਗਾ ਇਸ ਦੇ ਪੁੱਤਰ ਜਹਾਂਗੀਰ ਨੇ, ਜਿਸ ਦਾ ਮੁੱਢਲਾ ਨਾਮ ਕੀ ਸੀਗਾ ਜੀ, ਸਲੀਮ। ਕੁਐਸਚਨ ਨੰਬਰ 97 ਦੇਖਦੇ ਹਾਂ, ਅਕਬਰ ਦੇ ਦਰਬਾਰ ਦੀ ਭਾਸ਼ਾ ਸੀ ਜਿਹੜੀ ਉਹ ਕਿਸੇ ਆਮ ਤੌਰ 'ਤੇ ਅਸੀਂ ਜਾਣਦੇ ਹਾਂ। ਦਿੱਲੀ ਸਲਤਨਤ ਦੀ ਭਾਸ਼ਾ ਵੀ ਜਿਹੜੀ ਫਾਰਸੀ ਹੈ ਅਤੇ ਇਸ ਦੀ ਵੀ ਜਿਹੜੀ ਭਾਸ਼ਾ ਕਿਹੜੀ ਸੀ, ਫਾਰਸੀ ਸੀ। ਅਕਬਰ ਦੀ ਮੌਤ ਤੋਂ ਬਾਅਦ ਉਸ ਉੱਤਰਾਧਿਕਾਰੀ ਕੌਣ ਬਣਿਆ ਸੀ, ਜਹਾਂਗੀਰ। ਅਕਬਰ ਦੀ ਮੌਤ ਤੋਂ ਬਾਅਦ ਉੱਤਰਾਧਿਕਾਰੀ ਕੌਣ ਬਣਿਆ ਸੀ, ਜਹਾਂਗੀਰ। ਕੁਐਸਚਨ ਨੰਬਰ 99 ਦੇਖਦੇ ਹਾਂ, ਅਕਬਰ ਨੇ ਕਿਸ ਨੂੰ ਖੁਦ ਮਾਰਿਆ ਸੀ, ਆਦਮ ਖਾਂ ਜੋ ਕਿ ਮਹਿਮੰਗਾ ਦਾ ਪੁੱਤਰ ਸੀ, ਆਪਣਾ ਆਦਮ ਖਾਂ ਨੂੰ ਮਾਰਿਆ ਸੀ। ਠੀਕ ਹੈ, ਆਪਣੇ ਹੱਥੀਂ ਮਾਰਿਆ ਸੀ ਕਿਸਨੇ, ਅਕਬਰ ਨੇ ਜੀ। ਠੀਕ ਹੈ, ਯਾਦ ਰੱਖਣਾ ਗੱਲ ਆ। ਕੁਐਸਚਨ ਨੰਬਰ 100 ਦੇਖਦੇ ਹਾਂ ਪੂਰਾ 100। ਜਿਸ ਰਾਜਪੂਤ ਸ਼ਾਸਕ ਨੇ ਮੁਗਲਾਂ ਦੇ ਵਿਰੁੱਧ ਨਿਰੰਤਰ ਸੰਘਰਸ਼ ਜਾਰੀ ਰੱਖਿਆ ਉਹ ਕੌਣ ਸੀਗਾ, ਮਰਵਾੜ ਦਾ ਚੰਦਰਸੇਨ। ਠੀਕ ਹੈ ਨਾ, ਮਰਵਾੜ ਦਾ ਚੰਦਰਸੇਨ। ਠੀਕ ਹੈ, ਇਸ ਨੇ ਵੀ ਜਿਹੜੀ ਆਪਣੀ ਅਕਬਰ ਦੀ ਅਧੀਨਤਾ ਸਵੀਕਾਰ ਨਹੀਂ ਕੀਤੀ ਅਤੇ ਮੇਵਾੜ ਨੇ ਵੀ ਨਹੀਂ ਕੀਤੀ ਅਤੇ ਮਰਵਾੜ ਦੇ ਚੰਦਰਸੇਨ ਨੇ ਵੀ ਜਿਹੜੀ ਅਕਬਰ ਦੀ ਅਧੀਨਤਾ ਸਵੀਕਾਰ ਨਹੀਂ ਕੀਤੀ। ਠੀਕ ਹੈ, ਅੰਤ ਤੱਕ ਜਿਹੜਾ ਸੰਘਰਸ਼ ਆਪਣਾ ਜਾਰੀ ਰੱਖਿਆ। ਠੀਕ ਹੈ, ਕਿਉਂਕਿ ਉਹ ਬਹੁਤ ਹੀ ਜ਼ਿਆਦਾ ਬਹਾਦਰ ਜਿਹੜੀ ਰਾਜਪੂਤ ਕੌਮ ਸੀ। ਅਕਬਰ ਨਾਲ ਯੁੱਧ ਕਰਨ ਵਾਲੀ ਰਾਣੀ ਦੁਰਗਾਪਤੀ ਰਾਣੀ ਸੀ, ਕਿੱਥੋਂ ਦੀ ਰਾਣੀ ਸੀ, ਮੰਡਲਾ ਦੀ। ਪਹਿਲਾਂ ਵੀ ਗੱਲ ਕੀਤੀ, ਜਿਹੜੀ ਰਾਣੀ ਦੁਰਗਾਪਤੀ 1564 ਦੇ ਵਿੱਚ ਅਕਬਰ ਨੇ ਜਿਸ ਨੂੰ ਹਰਾਇਆ ਸੀ ਉਹ ਕਿੱਥੋਂ ਦੀ ਰਾਣੀ ਸੀ, ਮੰਡਲਾ ਦੀ ਸੀ। ਪ੍ਰਬੁੱਧ ਨਿਰੰਕੁਸ਼ ਸ਼ਾਸਕ ਕਿਸ ਨੂੰ ਮੰਨਿਆ ਗਿਆ ਜੀ, ਅਕਬਰ ਨੂੰ ਮੰਨਿਆ ਗਿਆ। ਪ੍ਰਬੁੱਧ ਨਿਰੰਕੁਸ਼ ਸ਼ਾਸਕ ਕਿਸ ਨੂੰ ਮੰਨਿਆ ਗਿਆ ਜੀ, ਅਕਬਰ ਨੂੰ ਮੰਨਿਆ ਗਿਆ। ਕੁਐਸਚਨ ਨੰਬਰ 103 ਦੇ ਅਕਬਰ ਕਾਲੀਨ ਸੈਨਾ ਵਿਵਸਥਾ ਆਧਾਰਿਤ ਸੀ, ਕਿਸ ਤੇ ਆਧਾਰਿਤ ਸੀ ਇਹ, ਮਨਸਬਦਾਰੀ ਤੇ ਜੀ, ਮਨਸਬਦਾਰੀ ਪ੍ਰਥਾ ਤੇ ਆਧਾਰਿਤ ਸੀ। ਠੀਕ ਹੈ ਨਾ, ਅਕਬਰ ਕਾਲੀਨ ਸੈਨਾ ਵਿਵਸਥਾ ਕਿਸ ਤੇ ਆਧਾਰਿਤ ਸੀ, ਮਨਸਬਦਾਰੀ। ਅਕਬਰ ਦੁਆਰਾ ਦੀਵਾਨ ਦਾ ਪੂਰਨ ਦਰਜਾ ਦਿੱਤਾ ਜਾਣ ਵਾਲਾ ਪਹਿਲਾ ਵਿਅਕਤੀ ਕੌਣ ਸੀ। ਠੀਕ ਹੈ ਨਾ, ਬਹੁਤ ਹੀ ਜ਼ਿਆਦਾ ਮਹੱਤਵਪੂਰਨ ਕੁਐਸਚਨ ਹੈ ਜੀ। ਮੁਜ਼ੱਫਰ ਖਾਂ ਤੁਰਬਤੀ ਤੇ ਇਸ ਤੋਂ ਬਾਅਦ ਬਣਿਆ ਸੀ ਟੋਡਰ ਮੱਲ ਜੀ। ਠੀਕ ਹੈ, ਤਾਂ ਪਹਿਲਾ ਵਿਅਕਤੀ ਕੌਣ ਸੀਗਾ, ਮੁਜ਼ੱਫਰ ਖਾਂ ਤੁਰਬਤੀ ਤੇ ਇਸ ਤੋਂ ਬਾਅਦ ਕੌਣ ਬਣਿਆ ਸੀ, ਟੋਡਰ ਮੱਲ ਨੂੰ ਨਿਯੁਕਤ ਕੀਤਾ ਗਿਆ ਸੀ ਇਸ ਸਥਾਨ 'ਤੇ। ਠੀਕ ਹੈ ਨਾ, ਕੁਐਸਚਨ ਨੰਬਰ 105 ਦੇਖਦੇ ਹਾਂ, ਅਕਬਰ ਨੇ ਮਨਸਬਦਾਰੀ ਪ੍ਰਣਾਲੀ ਉਧਾਰ ਲਈ ਸੀ, ਕਿੱਥੋਂ ਲਈ ਸੀ, ਮੰਗੋਲੀਆਂ ਤੋਂ। ਜਿਹੜੀ ਅਕਬਰ ਨੇ ਮਨਸਬਦਾਰੀ ਪ੍ਰਣਾਲੀ ਕਿੱਥੋਂ ਉਧਾਰ ਲਈ ਸੀ, ਮੰਗੋਲੀਆ ਤੋਂ। ਤਾਂ ਯਾਦ ਰੱਖਣ ਵਾਲਾ ਕੁਐਸਚਨ ਆ। ਭੂਮੀਕਰ ਪ੍ਰਸ਼ਾਸਨ ਦੇ ਖੇਤਰ ਵਿੱਚ ਸ਼ੇਰਸ਼ਾਹ ਸੂਰੀ ਅਤੇ ਅਕਬਰ ਦੇ ਵਿਚਕਾਰ ਮਹੱਤਵਪੂਰਨ ਜਿਹੜਾ ਯੋਗਦਾਨ ਕਿਸੇ ਦਾ ਜੀ ਉਹ ਹੈਗਾ ਟੋਡਰ ਮੱਲ ਦਾ। ਕਿਉਂਕਿ ਟੋਡਰ ਮੱਲ ਪਹਿਲਾਂ ਸ਼ੇਰਸ਼ਾਹ ਸੂਰੀ ਦੇ ਦਰਬਾਰ ਦੇ ਵਿੱਚ ਸੀ ਅਤੇ ਬਾਅਦ ਵਿੱਚ ਅਕਬਰ ਦੀ ਸੇਵਾ ਦੇ ਵਿੱਚ ਉਹ ਆਇਆ ਸੀਗਾ। ਕੁਐਸਚਨ ਨੰਬਰ 107 ਦੇਖਦੇ ਹਾਂ, ਅਕਬਰੀ ਮਹਿਲ ਸਥਿਤ ਹੈ ਆਗਰੇ ਦੇ ਕਿਲ੍ਹੇ ਵਿੱਚ। ਜਿਹੜਾ ਅਕਬਰੀ ਮਹਿਲ ਕਿੱਥੇ ਸਥਿਤ ਆ ਜੀ, ਆਗਰੇ ਦੇ ਕਿਲ੍ਹੇ ਦੇ ਵਿੱਚ। ਯਾਦ ਰੱਖਣ ਲਈ ਗੱਲ ਆ, ਜਿਹੜਾ ਆਪਣਾ ਅਕਬਰੀ ਮਹਿਲ ਕਿੱਥੇ ਸਥਿਤ ਆ, ਆਗਰੇ ਦੇ ਕਿਲ੍ਹੇ ਦੇ ਵਿੱਚ। ਕੁਐਸਚਨ ਨੰਬਰ 108 ਦੇਖਦੇ ਹਾਂ, ਸਵਰਨ ਮਹਿਲ ਆਪਣਾ ਪੰਚ ਮਹਿਲ ਜੋਧਾਬਾਈ ਦਾ ਮਹਿਲ ਇਹ ਕਿੱਥੇ ਸਥਿਤ ਨੇ, ਸਾਰੀਆਂ ਇਮਾਰਤਾਂ। ਠੀਕ ਹੈ, ਇਹ ਕਿੱਥੇ ਸਥਿਤ ਨੇ, ਫਤਿਹਪੁਰ ਸੀਕਰੀ ਦੇ ਵਿੱਚ। ਜਿਹੜਾ ਸਵਰਨ ਮਹਿਲ, ਪੰਚ ਮਹਿਲ, ਜੋਧਾਬਾਈ ਦਾ ਮਹਿਲ ਇਹ ਸਾਰੀਆਂ ਇਮਾਰਤਾਂ ਕਿੱਥੇ ਸਥਿਤ ਆ, ਆਪਣੇ ਫਤਿਹਪੁਰ ਸੀਕਰੀ ਦੇ ਵਿੱਚ। ਪਹਿਲਾਂ ਵੀ ਦੱਸ ਚੁੱਕੇ ਹਾਂ ਵੀ ਜਿਹੜਾ ਜ਼ਿਆਦਾਤਰ ਸ੍ਰੇਸ਼ਟ ਇਮਾਰਤਾਂ ਨੇ ਫਤਿਹਪੁਰ ਸੀਕਰੀ ਦੇ ਵਿੱਚ ਅਕਬਰ ਦੁਆਰਾ ਨਿਰਮਾਣਿਤ ਕੀਤੀਆਂ ਗਈਆਂ ਨੇ। ਅਕਬਰ ਨੇ ਬੰਗਾਲ ਅਤੇ ਬਿਹਾਰ ਨੂੰ ਮੁਗਲ ਸਾਮਰਾਜ ਵਿੱਚ ਮਿਲਾਇਆ ਸੀ। ਅਕਬਰ ਨੇ ਜਿਹੜਾ ਬੰਗਾਲ ਅਤੇ ਬਿਹਾਰ ਨੂੰ ਮੁਗਲ ਸਾਮਰਾਜ ਵਿੱਚ ਕਦੋਂ ਮਿਲਾਇਆ ਜੀ, 1576 ਦੇ ਵਿੱਚ ਮਿਲਾਇਆ ਜੀ। ਕਦੋਂ ਮਿਲਾਇਆ ਜੀ, 1576 ਦੇ ਵਿੱਚ। ਕੁਐਸਚਨ ਨੰਬਰ 110 ਦੇਖਦੇ ਹਾਂ, ਜਿਸ ਮੁਗਲ ਬਾਦਸ਼ਾਹ ਵਿਰੁੱਧ ਜੌਨਪੁਰ ਤੋਂ ਫਤਵਾ ਜਾਰੀ ਹੋਇਆ ਉਹ ਜਿਹੜਾ ਸ਼ਾਸਕ ਕਿਹੜਾ ਸੀ, ਉਹ ਹੈਗਾ ਸੀ ਅਕਬਰ। ਜਿਹੜਾ ਜੌਨਪੁਰ ਤੋਂ ਫਤਵਾ ਕਿਸ ਮੁਗਲ ਸ਼ਾਸਕ ਦੇ ਵਿਰੁੱਧ ਜਾਰੀ ਹੋਇਆ ਸੀ ਜੀ, ਉਹ ਹੈਗਾ ਸੀ ਅਕਬਰ ਜੀ। ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਆ। ਸਿੱਖਿਆ ਦੇ ਸੰਬੰਧੀ ਸੁਧਾਰ ਕਰਵਾਏ, ਸਿੱਖਿਆ ਸੰਬੰਧੀ ਸੁਧਾਰ ਕਰਨ ਵਾਲਾ ਕਿਹੜਾ, ਬੇਸ਼ੱਕ ਖੁਦ ਪੜ੍ਹੇ ਲਿਖੇ ਨਹੀਂ ਪਰ ਇਸ ਨੇ ਕੀ ਕੀਤਾ, ਸਿੱਖਿਆ ਸੰਬੰਧੀ ਬਹੁਤ ਜ਼ਿਆਦਾ ਸੁਧਾਰ ਕਰਾਏ ਸੀ ਜੀ, ਅਕਬਰ ਦੁਆਰਾ ਕਰਾਏ ਗਏ। ਮਹਾਭਾਰਤ ਦਾ ਫਾਰਸੀ ਵਿੱਚ ਅਨੁਵਾਦ ਅਬਦੁਲ ਰਹੀਮ ਕਾਦਰ ਬਦਜੂਨੀ ਨੇ ਕਿਸ ਸਰਲੇਖ ਹੇਠ ਅਧੀਨ ਕੀਤਾ ਸੀ। ਸਰਲੇਖ ਕਿਸ ਨਾਂ ਹੇਠ ਕੀਤਾ, ਕਹਿੰਦਾ ਬਾਬਾ ਰਜਨਾਮਾ। ਠੀਕ ਹੈ ਨਾ, ਇਹ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ। ਮਹਾਭਾਰਤ ਤੇ ਰਾਮਾਇਣ ਦਾ ਜਿਹੜਾ ਫਾਰਸੀ ਦੇ ਵਿੱਚ ਅਨੁਵਾਦ ਕੀਤਾ ਉਹ ਕਿਸੇ ਨੇ ਕੀਤਾ, ਅਬਦੁਲ ਕਾਦਰ ਬਦਜੂਨੀ ਨੇ ਕੀਤਾ। ਉਹ ਕਿਸ ਸਰਲੇਖ ਨਾਲ ਕੀਤਾ, ਇੱਥੇ ਯਾਦ ਰੱਖਣ ਲਈ ਗੱਲ ਆ, ਮਹਾਭਾਰਤ ਦਾ ਰਜਨਾਮਾ ਦੇ ਨਾਮ ਨਾਲ ਕੀਤਾ ਸੀ ਜੀ। ਠੀਕ ਹੈ ਨਾ। ਕੁਐਸਚਨ ਨੰਬਰ 113 ਦੇਖਦੇ ਹਾਂ, ਜਿਸ ਮੱਧਕਾਲੀਨ ਲੇਖਕ ਨੇ ਅਮਰੀਕਾ ਦੀ ਖੋਜ ਦਾ ਉਲੇਖ ਕੀਤਾ ਉਹ ਕੌਣ ਸੀ ਜੀ, ਅਬੁਲ ਫਜ਼ਲ। ਕੌਣ ਸੀ ਜੀ ਉਹ, ਅਬੁਲ ਫਜ਼ਲ। ਜਿਸ ਮੱਧਕਾਲੀਨ ਲੇਖ ਨੇ ਅਮਰੀਕਾ ਦੀ ਖੋਜ ਦਾ ਵਰਣਨ ਕੀਤਾ, ਉਲੇਖ ਕੀਤਾ। ਇਹ ਨਹੀਂ ਕਿ ਅਮਰੀਕਾ ਦੀ ਖੋਜ ਕੀਤੀ, ਅਮਰੀਕਾ ਦੀ ਖੋਜ ਤਾਂ ਕੋਲੰਬਸ ਨੇ ਕੀਤੀ ਸੀ 1492 ਦੇ ਵਿੱਚ, ਪਰ ਇੱਥੇ ਉਲੇਖ ਦੀ ਗੱਲ ਕਰ ਰਹੇ ਹਾਂ ਅਬੁਲ ਫਜ਼ਲ ਦੁਆਰਾ। ਕੁਐਸਚਨ ਨੰਬਰ 114 ਦੇਖਦੇ ਹਾਂ, ਅਮਰੀਕਾ ਦੇ ਦਰਬਾਰ ਵਿੱਚ ਆਉਣ ਵਾਲਾ ਪਹਿਲਾ ਯਾਤਰੀ ਕੌਣ ਸੀ। ਇਹ ਹੈਗਾ ਜੀ ਰੋਲਫ ਫਿਚ। ਕੌਣ ਸੀਗਾ ਜੀ, ਰੋਲਫ ਫਿਚ।
ਤਾਂ ਇੱਥੇ ਗੱਲ ਯਾਦ ਰੱਖਣ ਵਾਲੀ ਯਾਤਰੀ ਇੱਥੇ ਪਹਿਲਾ ਯਾਤਰੀ, ਠੀਕ ਹੈ ਨਾ, ਅਕਬਰ ਦੇ ਦਰਬਾਰ ਵਿੱਚ ਆਉਣ ਵਾਲਾ ਪਹਿਲਾ ਯਾਤਰੀ ਆਪਾਂ ਰੌਲਫ ਵਿੱਚ, ਠੀਕ ਹੈ, ਕਹਿ ਸਕਦੇ ਹਾਂ, ਪਹਿਲਾ ਅੰਗਰੇਜ਼ ਕਹਿ ਸਕਦੇ ਹਾਂ, ਅੰਗਰੇਜ਼ ਆਏ ਅਸਲ ਦੇ ਵਿੱਚ, ਠੀਕ ਹੈ ਨਾ, ਜਿਹੜਾ ਆਉਣ ਵਾਲਾ ਸੀਗਾ। ਯਾਤਰੀ ਹੋਰ ਆਪਾਂ ਗੱਲ ਕਰਾਂਗੇ, ਠੀਕ ਹੈ, ਇੱਥੇ ਯਾਤਰੀ ਨਹੀਂ ਕਰਨਾ, ਠੀਕ ਹੈ। ਅਕਬਰ ਨੂੰ ਗਜ਼ਨੀ ਦੀ ਸੂਬੇਦਾਰੀ ਮਿਲੀ ਸੀ, ਜਿਹੜਾ ਅਕਬਰ ਨੂੰ ਗਜ਼ਨੀ ਦੀ ਸੂਬੇਦਾਰੀ ਮਿਲੀ ਸੀ, ਇਹ ਕਦੋਂ ਮਿਲੀ ਸੀ? ਇਹ ਮਿਲੀ ਸੀ 9 ਸਾਲ ਦੀ ਉਮਰ, 1551 ਦੇ ਵਿੱਚ ਮਿਲੀ ਸੀ। ਇੱਥੇ ਯਾਦ ਰੱਖਦੇ 1551 ਦੇ ਵਿੱਚ, ਛੋਟੀ ਉਮਰ ਵਿੱਚ ਮਿਲੀ ਸੀ, ਠੀਕ ਹੈ ਨਾ। ਤੇ 13 ਸਾਲ ਦੀ ਉਮਰ ਵਿੱਚ ਕੀ ਆ, ਅਗਲਾ ਕੁਐਸਚਨ 116, 13 ਸਾਲ ਦੀ ਉਮਰ ਵਿੱਚ ਇਹ ਜਿਹੜਾ ਜਿਹੜਾ ਆਪਣਾ ਅਕਬਰ ਸਮਰਾਟ ਬਣ ਗਿਆ ਸੀ 13 ਸਾਲ ਦੇ ਵਿੱਚ। 9 ਸਾਲ ਦੇ ਵਿੱਚ ਇਸ ਨੂੰ ਸੂਬੇਦਾਰੀ ਮਿਲੀ ਸੀ, ਕਿੱਥੋਂ ਦੀ ਮਿਲੀ ਸੀ? ਅਕਬਰ ਨੂੰ ਗਜ਼ਨੀ ਦੀ ਸੂਬੇਦਾਰੀ, ਪਰ 13 ਸਾਲ ਦੀ ਉਮਰ ਵਿੱਚ ਇਹ ਕੀ ਬਣ ਗਿਆ? ਸਮਰਾਟ ਬਣ ਗਿਆ ਜੀ। ਕੁਐਸਚਨ ਨੰਬਰ 117 ਦੇਖਦੇ ਹਾਂ, ਹਲਦੀ ਘਾਟੀ ਦੇ ਯੁੱਧ ਵਿੱਚ ਮਹਾਰਾਣਾ ਪ੍ਰਤਾਪ ਦੀ ਸੈਨਾ ਦਾ ਜਿਹੜਾ ਸੈਨਾਪਤੀ ਕੌਣ ਸੀ? ਇੱਥੇ ਜਿਹੜਾ ਸੈਨਾਪਤੀ ਮਹਾਰਾਣਾ ਪ੍ਰਤਾਪ ਦਾ ਕੌਣ ਸੀ? ਹਕੀਮ ਖਾਂ। ਅਕਬਰ ਦਾ ਜਿਵੇਂ ਮਾਨ ਸਿੰਘ ਸੀ, ਇੱਥੇ ਜਿਹੜਾ ਮਹਾਰਾਣਾ ਪ੍ਰਤਾਪ ਦਾ ਸੈਨਾਪਤੀ ਸੀ ਹਕੀਮ ਖਾਂ, ਇਹ ਵੀ ਗੱਲ ਯਾਦ ਰੱਖ ਸਕਦੇ ਹੋ। ਅਕਬਰ ਨੇ ਖਾਨਦੇਸ਼ ਕਦੋਂ ਜਿੱਤਿਆ? ਅਕਬਰ ਨੇ ਜਿਹੜਾ ਖਾਨਦੇਸ਼ ਜਿੱਤਿਆ ਸੀ 1591 ਦੇ ਵਿੱਚ ਜਿੱਤਿਆ ਸੀ। ਅਕਬਰ ਨੇ ਖਾਨਦੇਸ਼ ਕਦੋਂ ਜਿੱਤਿਆ? 1591 ਦੇ ਵਿੱਚ। ਕੁਐਸਚਨ ਨੰਬਰ 119 ਦੇਖਦੇ ਹਾਂ, ਅਕਬਰ ਨੇ ਸਮਰਾਟ ਦੀ ਉਪਾਧੀ ਧਾਰਨ ਕੀਤੀ ਸੀ। ਜਿਹੜਾ ਅਕਬਰ ਨੇ ਸਮਰਾਟ ਦੀ ਉਪਾਧੀ ਧਾਰਨ ਕਦੋਂ ਕੀਤੀ ਹੈ ਜੀ? ਇਹ ਕੀਤੀ ਸੀਗੀ ਜਿਹੜਾ ਅਸੀਰਗੜ੍ਹ ਦੇ ਯੁੱਧ 1601 ਤੋਂ ਬਾਅਦ। ਸਮਰਾਟ ਦੀ ਉਪਾਧੀ ਅਸੀਰਗੜ੍ਹ ਜਿਹੜੀ ਲਾਸਟ ਜਿੱਤ ਸੀ ਉਸ ਤੋਂ ਬਾਅਦ ਧਾਰਨ ਕੀਤੀ ਹੈ ਜੀ। ਕੁਐਸਚਨ ਨੰਬਰ 120 ਦੇਖਦੇ ਹਾਂ, ਅਕਬਰ ਨੇ ਕਾਬਲ ਦੀ ਸੂਬੇਦਾਰੀ ਸੌਂਪੀ। ਜਿਹੜੀ ਅਕਬਰ ਨੇ ਕਾਬਲ ਦੀ ਸੂਬੇਦਾਰੀ ਸੌਂਪੀ ਸੀ ਵਖਤੂ ਨਿਸਾ ਨੂੰ। ਵਖਤੂ ਨਿਸਾ ਬੇਗਮ ਸੀ ਜਿਹੜੀ ਇਸਦੀ ਚਚੇਰੀ ਭੈਣ ਸੀ, ਠੀਕ ਹੈ, ਉਸਨੂੰ ਇਸਨੇ ਕਾਬਲ ਦੀ ਜਿਹੜੀ ਆ ਸੂਬੇਦਾਰੀ ਸੌਂਪੀ। ਕੁਐਸਚਨ ਨੰਬਰ 21 ਦੇਖਦੇ ਹਾਂ, ਅਕਬਰ ਦੇ ਸਮੇਂ ਇੱਕ ਜ਼ਿਲ੍ਹਾ ਸੀ ਜੋ ਕਿ ਪ੍ਰਾਂਤ ਨਹੀਂ ਸੀ, ਉਹ ਹੈਗਾ ਸੀ ਜੀ ਕਸ਼ਮੀਰ। ਕਸ਼ਮੀਰ ਇਸ ਦੇ ਸਮੇਂ ਇੱਕ ਪ੍ਰਾਂਤ ਨਹੀਂ ਸੀ ਜੋ ਕਿ ਇੱਕ ਜ਼ਿਲ੍ਹਾ ਸੀ। ਤੋਂ ਅੱਜ ਆਪਾਂ 121 ਕੁਐਸਚਨ ਕਰਾਂਗੇ ਕਿਉਂਕਿ ਵੀਡੀਓ ਜ਼ਿਆਦਾ ਲੰਮੀ ਹੋ ਗਈ, ਇਸ ਕਰਕੇ ਜਿਹੜਾ ਕੱਲ੍ਹ ਲਈ ਆਪਾਂ ਜਿਹੜੇ ਬਾਕੀ 100 ਆਪਾਂ ਕੁਝ ਜਿਹੜੇ ਕੁਐਸਚਨ 95 100 ਜਿਹੜੇ ਬਚਣੇ ਬਾਕੀ ਉਹ ਕੱਲ੍ਹ ਕਰਾਂਗੇ। ਜੇਕਰ ਵੀਡੀਓ ਲੱਗੀ ਤਾਂ ਉਸਨੂੰ ਲਾਈਕ ਸ਼ੇਅਰ ਜ਼ਰੂਰ ਕਰੋ, ਠੀਕ ਹੈ। ਅਤੇ ਧਿਆਨ ਨਾਲ ਇਹਨਾਂ ਕੁਐਸਚਨਾਂ ਨੂੰ ਜੇਕਰ ਤੁਸੀਂ ਸੋਲਵ ਕਰ ਲੈਂਦੇ ਹੋ ਤਾਂ ਪੇਪਰ ਦੇ ਵਿੱਚ ਕੋਈ ਵੀ ਜਿਹੜਾ ਪ੍ਰਸ਼ਨ ਇਸ ਤੋਂ ਬਾਹਰ ਆਉਣ ਦੀ ਸੰਭਾਵਨਾ ਨਹੀਂ ਹੋ। ਸੋ ਥੈਂਕ ਯੂ ਵੈਰੀ ਮੱਚ।